ਪ੍ਰੀ ਸਤਿ ਸ੍ਰੀ ਅਕਾਲ ਬੇਟੇ। ਮੈਂ ਹਾਂ ਤੁਹਾਡਾ ਸੀਏ ਰੁਪਿੰਦਰ ਸਿੰਘ। ਅਸੀਂ +1 ਅਕਾਊਂਟਸ ਦੀ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਸੀਗੇ ਔਰ ਅਸੀਂ ਇਹਦੇ ਵਿੱਚ ਬੇਸਿਕ ਕਨਸੈਪਟਸ ਆਫ ਅਕਾਊਂਟਿੰਗ ਦੀ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਸੀਗੇ ਔਰ ਜਿਸ ਚੈਪਟਰ ਨੂੰ ਅਸੀਂ ਆਲਰੇਡੀ 6 ਟੌਪਿਕਸ ਦੇ ਵਿੱਚ ਡਿਵਾਈਡ ਕੀਤਾ ਸੀਗਾ ਔਰ ਉਹਦੇ ਵਿੱਚ ਫਸਟ ਟੌਪਿਕ ਮੀਨਿੰਗ ਐਂਡ ਸਟੈਪਸ ਇਨਵੋਲਵਡ ਇਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ ਐਂਡ ਡਿਫਰੈਂਸ਼ੀਏਟ ਬਿਟਵੀਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ ਇਹ ਤੁਹਾਡੇ ਨਾਲ ਅਸੀਂ ਡਿਸਕਸ਼ਨ ਓਵਰ ਕਰ ਚੁੱਕੇ ਹਾਂ। ਸੈਕਿੰਡ ਟੌਪਿਕ ਅਕਾਊਂਟਿੰਗ ਸਾਈਕਲ ਕੀ ਹੁੰਦਾ ਹੈ, ਇਹਦੇ ਰਿਲੇਟਡ ਵੀ ਤੁਹਾਡੇ ਨਾਲ ਡਿਸਕਸ਼ਨ ਹੋ ਚੁੱਕੀ ਹੈ। ਥਰਡ ਟੌਪਿਕ ਬੇਟੇ ਸੀਗਾ ਅਜ਼ੰਪਸ਼ਨਸ ਆਫ ਅਕਾਊਂਟਿੰਗ, ਜਿਹਦੇ ਵਿੱਚ ਗੋਇੰਗ ਕੰਸਰਨ, ਕੰਸਿਸਟੈਂਸੀ ਐਂਡ ਅਕਰੂਅਲ ਬੇਸਿਸ, ਇਹ ਵੀ ਤੁਹਾਡੇ ਨਾਲ ਮੇਰੀ ਡਿਸਕਸ਼ਨ ਓਵਰ ਹੋ ਚੁੱਕੀ ਹੈ। ਫੋਰਥ ਟੌਪਿਕ ਦੀ ਬੇਟੇ ਅਸੀਂ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਸੀਗੇ ਜਿਹਦੇ ਵਿੱਚ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਕਿ ਕਨਸੈਪਟਸ ਆਫ ਅਕਾਊਂਟਿੰਗ ਕਿੰਨੇ ਹੁੰਦੇ ਹੈ। ਬੇਸਿਕਲੀ ਕਨਸੈਪਟਸ ਆਫ ਅਕਾਊਂਟਿੰਗ ਸਾਡੇ 5 ਟਾਈਪਸ ਆਫ ਕਨਸੈਪਟਸ ਨੇ ਔਰ ਜਿਹਦੇ ਵਿੱਚ ਆਪਾਂ ਆਲਰੇਡੀ ਤੁਹਾਡੇ ਨਾਲ ਕਿਹੜੇ ਕਨਸੈਪਟਸ ਦੀ ਡਿਸਕਸ਼ਨ ਕਰ ਚੁੱਕੇ ਹਾਂ। ਪ੍ਰੂਡੈਂਸ ਐਂਡ ਕੰਜ਼ਰਵੇਟਿਜ਼ਮ ਕਨਸੈਪਟ ਦੀ ਡਿਸਕਸ਼ਨ ਕਰ ਚੁੱਕੇ ਹਾਂ ਔਰ ਸਬਸਟੈਂਸ ਓਵਰ ਫਾਰਮ ਦੀ ਡਿਸਕਸ਼ਨ ਕਰ ਚੁੱਕੇ ਹਾਂ। ਦੋ ਕਨਸੈਪਟਸ ਦੀ ਆਲਰੇਡੀ ਬੇਟੇ ਤੁਹਾਡੇ ਨਾਲ ਮੇਰੀ ਡਿਸਕਸ਼ਨ ਓਵਰ ਹੋ ਚੁੱਕੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੂਡੈਂਸ ਦੇ ਵਿੱਚ ਸਮਝਾਇਆ ਸੀ ਕਿ ਅਸੀਂ ਐਂਟੀਸੀਪੇਟਿਡ ਲਾਸਿਸ ਦੇ ਲਈ ਜਾਂ ਐਂਟੀਸੀਪੇਟਿਡ ਅਗਰ ਸਾਡੇ ਕੋਈ ਐਕਸਪੈਂਸਿਸ ਹੋਣੇ ਹੈ ਉਹਨਾਂ ਨੂੰ ਫੇਸ ਕਰਨ ਵਾਸਤੇ ਔਰ ਸਰਟਨ ਲਾਇਬਿਲਿਟੀਜ਼ ਨੂੰ ਫੇਸ ਕਰਨ ਵਾਸਤੇ ਅਸੀਂ ਕੀ ਪ੍ਰਪੇਅਰ ਕਰਕੇ ਰੱਖਦੇ ਹਾਂ, ਪ੍ਰੋਵੀਜ਼ਨ। ਫੋਰ ਐਗਜ਼ਾਮਪਲ ਪ੍ਰੋਵੀਜ਼ਨ ਫॉर ਇਨਕਮ ਟੈਕਸ, ਪ੍ਰੋਵੀਜ਼ਨ ਫॉर ਬੈਡ ਐਂਡ ਡਾਊਟਫੁਲ ਡੈਟਸ। ਉਹ ਸਾਰੀ ਡਿਸਕਸ਼ਨ ਤੁਹਾਡੇ ਨਾਲ ਮੇਰੀ ਹੋਈ ਸੀਗੀ ਲਾਸਟ ਕਲਾਸ ਦੇ ਅੰਦਰ ਜੋ ਸਾਡੀ ਕਲਾਸ ਨੰਬਰ 5th ਹੋ ਚੁੱਕੀ ਹੈ। ਔਰ ਦੈਨ ਉਸ ਤੋਂ ਬਾਅਦ ਉਸੀ ਕਲਾਸ ਦੇ ਵਿੱਚ ਕਲਾਸ ਨੰਬਰ 5th ਦੇ ਵਿੱਚ ਤੁਹਾਡੇ ਨਾਲ ਮੇਰੀ ਡਿਸਕਸ਼ਨ ਹੋਈ ਸੀ ਸਬਸਟੈਂਸ ਓਵਰ ਫਾਰਮ। ਸਬਸਟੈਂਸ ਓਵਰ ਫਾਰਮ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਸਾਡੀ ਬੁੱਕਸ ਦੇ ਅੰਦਰ ਕੋਈ ਐਸੈਟਸ ਅਗਰ ਰਿਕਗਨਾਈਜ਼ ਹੁੰਦੀਆਂ ਨੇ ਤਾਂ ਉਹ ਸਬਸਟੈਂਸ ਦੇ ਬੇਸਿਸ ਤੇ ਹੁੰਦੀਆਂ ਨੇ, ਉਹਦੀ ਲੀਗਲ ਓਨਰਸ਼ਿਪ ਦੇ ਬੇਸਿਸ ਤੇ ਨਹੀਂ ਹੁੰਦੀਆਂ। ਅਗਰ ਲੀਗਲ ਓਨਰਸ਼ਿਪ ਮੇਰੇ ਕੋਲ ਨਹੀਂ ਵੀ ਆਈ, ਅਗਰ ਉਹ ਸਬਸਟੈਂਸ ਮੇਰੇ ਕੋਲ ਆ ਚੁੱਕਾ ਹੋਇਆ, ਮੈਂ ਤੁਹਾਡੇ ਨਾਲ ਮੋਟਰ ਵਾਹੀਕਲਸ ਦੀ ਐਗਜ਼ਾਮਪਲ ਲਿੱਤੀ ਸੀ ਕਿ ਅਗਰ ਮੋਟਰ ਵਾਹੀਕਲ ਦਾ ਸਬਸਟੈਂਸ ਮੇਰੇ ਕੋਲ ਆ ਚੁੱਕਾ ਹੋਇਆ ਹੈ, ਮੋਟਰ ਵਾਹੀਕਲ ਮੇਰੇ ਕੋਲ ਆ ਚੁੱਕਾ ਹੈ, ਚਾਹੇ ਮੇਰੇ ਕੋਲ ਉਹਦੀ ਲੀਗਲ ਓਨਰਸ਼ਿਪ ਅਜੇ ਨਹੀਂ ਆਈ, ਮਤਲਬ ਮੈਂ ਇੰਸਟਾਲਮੈਂਟਸ ਤੇ ਪਰਚੇਜ਼ ਕੀਤਾ ਹੋਇਆ ਮੋਟਰਸਾਈਕਲ, ਲੀਗਲ ਓਨਰਸ਼ਿਪ ਅਜੇ ਨਹੀਂ ਵੀ ਟ੍ਰਾਂਸਫਰ ਹੋਈ, ਤਾਂ ਵੀ ਮੈਂ ਉਹਨੂੰ ਐਕਚੁਅਲ ਹੈਪਨਿੰਗ ਦੇ ਬੇਸਿਸ ਤੇ ਸਬਸਟੈਂਸ ਦੇ ਬੇਸਿਸ ਦੇ ਉੱਤੇ ਆਪਣੀ ਬੁੱਕਸ ਦੇ ਵਿੱਚ ਉਹਨੂੰ ਰਿਕਾਰਡ ਕਰ ਲਵਾਂਗਾ। ਔਰ ਉਹ ਵਾਲੀ ਅਥਾਰਟੀ, ਉਹ ਵਾਲੀ ਪਾਵਰ ਮੈਨੂੰ ਕਿਸ ਕਨਸੈਪਟ ਨੇ ਦਿੱਤੀ ਸੀਗੀ, ਸਬਸਟੈਂਸ ਓਵਰ ਫਾਰਮ। ठीक है। रेस्ट ऑफ 3 कॉन्सेप्ट्स, मटीरियलिटी कॉन्सेप्ट, ठीक है, बिजनेस एंटिटी कॉन्सेप्ट और लास्ट वन इज साडा सीगा डुअल एस्पेक्ट जिन्हों आपां डुअलिटी प्रिंसीपल भी बोलते हैं। ठीक है, आपां 3 कॉन्सेप्ट्स की तुहाडे नाल डिस्कशन करांगे, मटीरियलिटी, बिजनेस एंटिटी और डुअल एस्पेक्ट और डुअलिटी। ठीक है, एक एक करके बेटे आपां जी डिस्कशन करते हैं। फिलहाल मैं तुहाडे नाल डिस्कशन शुरू करदा वां मटीरियलिटी कॉन्सेप्ट दी। देखो मटीरियलिटी कॉन्सैप्ट की होंदा है कि जिवें फॉर एग्जांपल कि अगर किसी बिजनेसमैन दे सपोज करो कि लैक्स दे विच बुक्स हैगियां ने, जिवें आपां ना एक सिंपल एग्जांपल पहला लैने आ कि जिवें फॉर एग्जांपल अगर कोई परसन की इनकम है थाउजेंड्स दे विच, जिवें आपां मान के चलते हैं कि कोई मिस्टर एक्स है, ਉਹਦੀ 10,000 रुपया पर मंथ इनकम है। ਹੁਣ ਦੇਖੋ 10,000 रुपये ਦੇ ਵਿੱਚੋਂ ਅਗਰ ਬਾਈ ਚਾਂਸ ਉਸ ਪਰਸਨ ਦਾ 500 ਰੁਪਏ ਕਿਤੇ ਮਿਸਪਲੇਸ ਹੋ ਜਾਏ ਤਾਂ ਉਹ ਪਰਸਨ ਦੇ ਲਈ ਨਾ ਇੱਕ ਮਟੀਰੀਅਲ ਹੋਏਗਾ ਕਿ ਯਾਰ ਮੇਰਾ 500 ਰੁਪਏ ਕਿਤੇ ਮਿਸਪਲੇਸ ਹੋ ਗਿਆ। ਉਹ ਪਰਸਨ ਦੇ ਦਿਮਾਗ ਤੇ ਟੈਨਸ਼ਨ ਹੋਏਗੀ, ਮਿਸਟਰ ਐਕਸ ਦੇ ਦਿਮਾਗ ਤੇ, ਕਿ ਯਾਰ ਮੈਂ ਆਪਣਾ 500 ਰੁਪਏ ਕਿਸੇ ਤਰੀਕੇ ਨਾਲ ਲੱਭਾਂ ਕਿਉਂਕਿ ਮੇਰੇ ਲਈ ਇਹ 500 ਰੁਪਏ ਬਹੁਤ ਅਹਿਮੀਅਤ ਰੱਖਦਾ ਹੈ। ਇਸ 500 ਰੁਪਏ ਦੇ ਨਾਲ ਮੈਂ ਆਪਣਾ ਕਈ ਕੁਝ ਕਰ ਸਕਦਾ ਸੀ ਕਿਉਂਕਿ ਉਹਦੀ ਇਨਕਮ ਹੀ ਕਿੰਨੀ ਹੈ, 10,000 ਰੁਪਇਆ। ਮਤਲਬ ਇਹ ਹੋ ਗਿਆ ਕਿ ਅਗਰ ਕੋਈ ਪਰਸਨ 10,000 ਰੁਪਇਆ ਕਮਾ ਰਿਹਾ ਹੈ ਉਹਦੇ ਲਈ 500 ਰੁਪਇਆ, 1000 ਰੁਪਇਆ ਬਹੁਤ ਰੈਲੀਵੈਂਟ ਹੈ। ਕਲੀਅਰ ਹੋ ਰਹੀ ਚੀਜ਼, ਕਿਉਂਕਿ ਉਹ 500 1000 ਰੁਪਏ ਦੇ ਨਾਲ ਉਹਨੇ ਜੋ ਆਪਣਾ ਮਤਲਬ ਇੱਕ ਟਾਈਮ, ਇੱਕ ਸ਼ਡਿਊਲ ਬਣਾਇਆ ਹੋਏਗਾ, ਇੱਕ ਐਕਸਪੈਂਸਿਸ ਇਨਕਰ ਕਰਨ ਦੇ ਲਈ ਜੋ ਉਹਨੇ ਆਪਣਾ ਇੱਕ ਹਰ ਮੰਥ ਦਾ ਉਹਨੇ ਆਪਣਾ ਫਲੋ ਬਣਾਇਆ ਹੋਏਗਾ, ਉਸ ਫਲੋ ਦੇ ਉੱਤੇ ਹੋ ਸਕਦਾ ਹੈ ਕਿ ਉਹ 500 1000 ਰੁਪਏ ਦੇ ਨਾਲ ਕੋਈ ਫਰਕ ਪੈ ਜਾਵੇ, ਉਹਦੇ ਡਿਸੀਜ਼ਨਸ ਦੇ ਉੱਤੇ ਕੋਈ ਫਰਕ ਪੈ ਜਾਵੇ, ਕਿਤੇ ਉਹਨੇ ਆਣਾ ਜਾਣਾ ਹੋਵੇ ਫੋਰ ਐਗਜ਼ਾਮਪਲ, ਹੋ ਸਕਦਾ ਕਿ ਉਹਨੂੰ ਅਗਲਾ ਨਾ ਜਾਵੇ ਕਿ ਜਦੋਂ 500 1000 ਰੁਪਇਆ ਮਿਸਪਲੇਸ ਹੋ ਜਾਵੇ। ਹੁਣ ਇੱਦਾਂ ਹੀ ਆਪਾਂ ਇੱਕ ਮਿਸਟਰ ਵਾਈ ਦੀ ਐਗਜ਼ਾਮਪਲ ਲੈਂਦੇ ਹਾਂ। ਮਿਸਟਰ ਵਾਈ ਦੀ ਮੰਨ ਕੇ ਚੱਲੋ ਕਿ ਪਰ ਮੰਥ ਇਨਕਮ ਨਾ 1 ਲੱਖ ਰੁਪੀਸ ਹੈ, ਉਹਦੀ 1 ਲੱਖ ਰੁਪਇਆ ਮਹੀਨੇ ਦੀ ਇਨਕਮ ਹੈ ਜੀ। ਹੁਣ ਅਗਰ ਉਹ 1 ਲੱਖ ਰੁਪਇਆ ਮਹੀਨੇ ਵਾਲੀ ਇਨਕਮ ਦਾ ਮਿਸਟਰ ਵਾਈ ਵਾਲੇ ਪਰਸਨ ਦਾ ਅਗਰ 500 ਰੁਪਇਆ ਕਿਤੇ ਮਿਸਪਲੇਸ ਹੋ ਜਾਏ ਤਾਂ ਉਹਦੇ ਲਈ ਇੰਨਾ ਰੈਲੀਵੈਂਟ ਨਹੀਂ ਹੋਏਗਾ, ਉਹ ਆਪਣੇ ਦਿਮਾਗ 'ਤੇ ਇੰਨਾ ਬੋਝ ਨਹੀਂ ਰੱਖੇਗਾ ਕਿਉਂਕਿ ਉਹਦੀ ਇਨਕਮ ਹੀ 1 ਲੱਖ ਰੁਪੀਸ ਹੈ। ਜਿਹੜਾ ਬੰਦਾ 1 ਲੱਖ ਰੁਪਇਆ ਜਾਂ 1 ਲੱਖ ਰੁਪਏ ਤੋਂ ਉੱਤੇ ਮਹੀਨੇ ਦਾ ਕਮਾ ਰਿਹਾ ਵੈ, ਉਹਦੇ ਲਈ 500 ਰੁਪਇਆ, 200 ਰੁਪਇਆ, 300 ਰੁਪਇਆ, 1000 ਰੁਪਏ ਤੱਕ ਰੈਲੀਵੈਂਟਸ ਨਹੀਂ ਹੋਏਗੀ ਕਿਉਂਕਿ ਉਹ ਮੰਨੇਗਾ ਯਾਰ ਉਹਦੇ ਕੋਲ ਆਲਰੇਡੀ ਅਗਰ ਇਨਕਮ ਦਾ ਫਲੋ ਹੀ ਇੰਨਾ ਉੱਪਰ ਹੋ ਚੁੱਕਾ ਹੈ ਤਾਂ 500-700 ਹਜ਼ਾਰ ਰੁਪਏ ਨੂੰ ਅਗਲਾ ਨਹੀਂ ਸੋਚਦਾ। ਪਰ ਜਿਹੜਾ ਪਰਸਨ ਆਲਰੇਡੀ 10,000 ਰੁਪਏ ਹੀ ਕਮਾ ਰਿਹਾ ਹੈ, 10,000 ਕਮਾ ਰਿਹਾ ਜਾਂ 15,000, ਤਾਂ ਉਹਦੇ ਲਈ 500 ਰੁਪਇਆ 700 ਰੁਪਇਆ ਰੈਲੀਵੈਂਟ ਹੋਏਗਾ
मतलब कि ਅਸੀਂ ਨਾ ਮਟੀਰੀਅਲਿਟੀ ਚੈੱਕ ਕਰਨੀ ਹੁੰਦੀ ਹੈ। ਮਟੀਰੀਅਲਿਟੀ ਬੇਟੇ ਉਹ ਹੁੰਦੀ ਹੈ, ਮਟੀਰੀਅਲਿਟੀ ਟ੍ਰਾਂਸੈਕਸ਼ਨਸ ਉਹ ਹੁੰਦੀਆਂ ਨੇ ਜਿਹੜੇ ਸਾਡੇ ਡਿਸੀਜਨਸ ਦੇ ਉੱਤੇ ਫਰਕ ਪਾਉਣ। ਅਸੀਂ ਕਿਸੇ ਫਿਗਰ ਨੂੰ ਮਟੀਰੀਅਲ ਨਹੀਂ ਬੋਲ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ 500 ਰੁਪਇਆ ਮਟੀਰੀਅਲ ਨਹੀਂ ਹੈ। 500 ਰੁਪਇਆ ਮਟੀਰੀਅਲ ਉਹ ਬੰਦਿਆਂ ਵਾਸਤੇ ਨਹੀਂ ਹੈ ਜਿਨ੍ਹਾਂ ਦੀ ਇਨਕਮ ਲੱਖ ਰੁਪਏ ਤੋਂ ਉੱਤੇ ਹੈ, ਉਹਨਾਂ ਵਾਸਤੇ ਮਟੀਰੀਅਲ ਨਹੀਂ ਹੈ। ਉਹ ਇਹਨਾਂ ਦਿਮਾਗ 'ਤੇ ਬੋਝ ਨਹੀਂ ਪਾਉਣਗੇ। ਪਰ ਜਿਨ੍ਹਾਂ ਦੀ ਇਨਕਮ ਜਿਸ ਪਰਸਨ ਦੀ ਮਿਸਟਰ ਐਕਸ ਦੀ ਇਨਕਮ ਹੀ ਅਗਰ 10,000 ਹੈ ਤਾਂ ਉਹਦੇ ਲਈ 500 ਰੁਪਏ ਬੇਟੇ ਮਟੀਰੀਅਲ ਇਫੈਕਟ ਹੋਏਗਾ। ਉਹ 500 ਰੁਪਏ ਦੇ ਨਾਲ ਉਹਦੇ ਡਿਸੀਜਨਸ ਚੇਂਜ ਹੋ ਸਕਦੇ ਹੈ। ਸਮਝ ਲੱਗਦੀ ਵੀ ਚੀਜ਼। ਇੱਦਾਂ ਹੀ ਆਪਾਂ ਇੱਕ ਬਿਜ਼ਨਸਮੈਨ ਦੀ ਐਗਜ਼ਾਮਪਲ ਲਈਏ ਜਾਂ ਕਿਸੇ ਬਿਜ਼ਨਸ ਦੀ ਐਗਜ਼ਾਮਪਲ ਲਈਏ ਜਿਹਦੀ ਬੈਲੈਂਸ ਸ਼ੀਟ ਆਲਰੇਡੀ ਕਰੋੜਾਂ ਚੱਲ ਰਹੀ ਹੈ, ਇਨ ਕਰੋੜਸ, ਥਾਊਜ਼ੈਂਡਸ ਆਫ ਕਰੋੜਸ ਦੇ ਵਿੱਚ ਬੈਲੈਂਸ ਸ਼ੀਟ ਚੱਲ ਰਹੀ ਹੈ, 100 ਆਫ ਕਰੋੜਸ ਦੇ ਵਿੱਚ ਬੈਲੈਂਸ ਸ਼ੀਟ ਚੱਲ ਰਹੀ ਹੈ। ਜਿਵੇਂ ਰਿਲਾਇੰਸ ਇੰਡਸਟਰੀਜ਼ ਹੈ, ਕਲੀਅਰਲੀ ਕਰੋੜ ਰੁਪੀਜ਼ ਦੇ ਵਿੱਚ ਉਹਨਾਂ ਦੀਆਂ ਬੈਲੈਂਸ ਸ਼ੀਟਸ ਚੱਲ ਰਹੀਆਂ ਨੇ। ਤਾਂ ਉਹਨਾਂ ਦਾ ਅਗਰ 500-700 1000 5000 10,000 ਦੀ ਟ੍ਰਾਂਸੈਕਸ਼ਨ ਅਗਰ ਉੱਪਰ ਨੀਚੇ ਹੋ ਜਾਏ ਤਾਂ ਉਹਨਾਂ ਦੇ ਲਈ ਮਟੀਰੀਅਲ ਨਹੀਂ ਹੈ। ਸਮਝ ਲੱਗ ਰਹੀ ਹੈ। ਪਰ ਜਿਸ ਪਰਸਨ ਦੀ ਬੇਟੇ ਬੈਲੈਂਸ ਸ਼ੀਟ ਹੀ ਸਿਰਫ 2-3 ਲੱਖ ਰੁਪਏ ਦੀ ਜਾਂ 5 ਲੱਖ ਦੀ ਜਾਂ 10 ਲੱਖ ਦੀ ਹੋਵੇ, ਉਹਦੇ ਲਈ ਅਗਰ 15-20 ਹਜ਼ਾਰ 50 ਹਜ਼ਾਰ ਉੱਤੇ ਥੱਲੇ ਹੋ ਗਈ ਟ੍ਰਾਂਸੈਕਸ਼ਨ ਤਾਂ ਉਹਦੇ ਲਈ ਉਹ ਮਟੀਰੀਅਲ ਹੋ ਜਾਏਗਾ। ਤਾਂ ਮਟੀਰੀਅਲ ਕਨਸੈਪਟ ਕੀ ਹੁੰਦਾ ਹੈ? ਇਹ ਅਕਾਊਂਟੈਂਟ ਨੇ, ਜਦੋਂ ਤੁਸੀਂ ਵੀ ਇਨ ਫਿਊਚਰ ਅਕਾਊਂਟੈਂਟਸ ਬਣੋਗੇ ਕਿਸੇ ਆਰਗੇਨਾਈਜੇਸ਼ਨ ਦੇ ਅੰਦਰ ਜਾਂ ਬਿਜ਼ਨਸ ਫਰਮ ਦੇ ਅੰਦਰ, ਤਾਂ ਤੁਹਾਨੂੰ ਉਸ ਆਰਗੇਨਾਈਜੇਸ਼ਨ ਦੇ ਨਾ ਪੂਰੇ ਉਹ ਬੈਲੈਂਸ ਸ਼ੀਟਸ ਤੋਂ ਜਾਂ ਆਰਗੇਨਾਈਜੇਸ਼ਨ ਦੀਆਂ ਟ੍ਰਾਂਸੈਕਸ਼ਨਸ ਦੀ ਅਮਾਊਂਟ ਤੋਂ ਜਜਮੈਂਟ ਹੋਏਗੀ ਕਿ ਇਹਨਾਂ ਦਾ ਮਟੀਰੀਅਲ ਲੈਵਲ ਕੀ ਹੈ। ਹਰ ਇੱਕ ਬਿਜ਼ਨਸ ਫਰਮ ਦਾ ਨਾ ਮਟੀਰੀਅਲ ਲੈਵਲ ਡਿਫਰਡ ਹੋ ਸਕਦਾ ਹੈ। ਕਿਸੇ ਦੇ ਲਈ ਮਟੀਰੀਅਲ ਲੈਵਲ ਹੋ ਸਕਦਾ 10,000 ਤੋਂ ਉੱਤੇ ਦੀਆਂ ਟ੍ਰਾਂਸੈਕਸ਼ਨਸ ਹੋਣ। ਅਗਲਾ ਕਹੇਗਾ ਯਾਰ ਚੱਲ 10,000 ਰੁਪਏ ਤੱਕ ਦੀਆਂ ਟ੍ਰਾਂਸੈਕਸ਼ਨਾਂ ਨੇ, ਉਹ ਤੂੰ ਆਪੇ ਦੇਖ ਲਿਆ ਕਰ। ਜੇ 10,000 ਤੋਂ ਉੱਤੇ ਦੀ ਕੋਈ ਟ੍ਰਾਂਸੈਕਸ਼ਨ ਹੋਈ ਫਿਰ ਤੂੰ ਸਾਨੂੰ ਪੁੱਛ ਕੇ ਕਰਨੀ ਹੈ। ਇਹਦਾ ਮਤਲਬ ਉਹਨਾਂ ਨੇ ਆਪਣਾ ਮਟੀਰੀਅਲ ਲੈਵਲ ਕਿੰਨਾ ਰੱਖਿਆ ਹੋਇਆ? 10,000। ਹੁਣ ਕਈਆਂ ਦਾ ਹੋ ਸਕਦਾ ਹੈ ਕਿ ਬਿਜ਼ਨਸ ਇੰਨਾ ਐਕਸਪੈਂਡ ਹੋਵੇ ਕਿ ਬਿਜ਼ਨਸ ਇੰਨਾ ਜ਼ਿਆਦਾ ਹਿਊਜ ਕਰੋੜਾਂ ਰੁਪਏ ਦੀ ਬੈਲੈਂਸ ਸ਼ੀਟ ਹੋਵੇ, ਤਾਂ ਉਸ ਕੇਸ ਦੇ ਵਿੱਚ ਅਗਲਿਆਂ ਨੇ ਹੋ ਸਕਦਾ ਆਪਣਾ ਮਟੀਰੀਅਲ ਲੈਵਲ 50,000 ਰੱਖਿਆ ਹੋਵੇ। 50,000 ਦੇ ਥੱਲੇ ਤੱਕ ਦੇ ਖਰਚਿਆਂ ਦੀ ਉਹਨਾਂ ਨੇ ਅਥਾਰਟੀ ਉੱਦਾਂ ਹੀ ਦਿੱਤੀ ਹੋਈ ਹੈ। 50,000 ਤੋਂ ਉੱਪਰ ਵਾਲਿਆਂ ਦੇ ਲਈ ਅਗਲਿਆਂ ਨੇ ਇਹ ਰੱਖਿਆ ਹੋਇਆ ਕਿ ਭਾਈ ਸਾਹਿਬ ਤੁਸੀਂ ਸਾਡੇ ਤੋਂ ਪਰਮਿਸ਼ਨ ਲੈ ਕੇ ਖਰਚਣਾ। ਕਲੀਅਰ ਹੋ ਰਹੀ ਜੀ? ਤਾਂ ਇਹ ਅਕਾਊਂਟੈਂਟ ਜਿਹੜਾ ਹੋਏਗਾ, ਜਦ ਤੁਸੀਂ ਵੀ ਕਿਸੇ ਆਰਗੇਨਾਈਜੇਸ਼ਨ ਦੇ ਅੰਦਰ ਐਜ਼ ਐਨ ਅਕਾਊਂਟੈਂਟ ਅਗਰ ਤੁਸੀਂ ਜੌਬ ਕਰ ਰਹੇ ਹੋਵੋਗੇ ਇਨ ਫਿਊਚਰ, ਤਾਂ ਤੁਹਾਨੂੰ ਉਹਦਾ ਮਟੀਰੀਅਲਿਟੀ ਜਿਹੜਾ ਟ੍ਰਾਂਸੈਕਸ਼ਨ ਦਾ ਹੈ ਨਾ ਉਹ ਖੁਦ ਹੀ ਜੱਜ ਕਰਨਾ ਹੋਏਗਾ। ਬਸ ਇੱਕ ਚੀਜ਼ ਆਪਾਂ ਇਹ ਧਿਆਨ 'ਚ ਰੱਖਣੀ ਹੈ ਕਿ ਮਟੀਰੀਅਲ ਟ੍ਰਾਂਸੈਕਸ਼ਨ ਉਹ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਚੇਂਜ ਹੋਣ ਦੇ ਨਾਲ ਸਾਡੇ ਇਕਨੋਮਿਕ ਡਿਸੀਜ਼ਨਸ ਦੇ ਵਿੱਚ ਕੁਝ ਚੇਂਜ ਹੋ ਜਾਏ, ਡਿਸੀਜ਼ਨਸ ਦਾ ਇਨਫਲੂਐਂਸ, ਡਿਸੀਜ਼ਨਸ ਦੇ ਉੱਪਰ ਜਿਹੜੇ ਸਾਡੇ ਇਫੈਕਟਸ ਨੇ ਉਹ ਚੇਂਜ ਹੋ ਜਾਣ। ਅਗਰ ਕਿਸੇ ਟ੍ਰਾਂਸੈਕਸ਼ਨ ਦੇ ਚੇਂਜ ਹੋਣ ਦੇ ਨਾਲ ਸਾਡੇ ਡਿਸੀਜ਼ਨਸ ਦੇ ਉੱਪਰ ਇਫੈਕਟਸ ਨਹੀਂ ਪੈ ਰਿਹਾ, ਉਹ ਮਟੀਰੀਅਲਿਟੀ ਟ੍ਰਾਂਸੈਕਸ਼ਨ ਨਹੀਂ ਹੋਏਗੀ। ਅਗਰ ਕਿਸੇ ਟ੍ਰਾਂਸੈਕਸ਼ਨ ਦੇ ਨਾਲ ਸਾਡੀ ਬੈਲੈਂਸ ਸ਼ੀਟ ਦੀਆਂ ਜਾਂ ਸਾਡੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਪ੍ਰੋਫਿਟਸ ਲਾਸਿਸ 'ਚ ਜਾਣੇ ਸ਼ੁਰੂ ਹੋ ਰਹੇ ਹੈ ਜਾਂ ਲਾਸਿਸ ਪ੍ਰੋਫਿਟਸ ਜਾਣੇ ਸ਼ੁਰੂ ਹੋ ਰਹੇ ਹੈ, ਸਾਡੇ ਡਿਸੀਜ਼ਨਸ ਦੇ ਉੱਪਰ ਇਨਫਲੂਐਂਸ ਹੋ ਰਿਹਾ ਹੈ, ਡਿਸੀਜ਼ਨਸ ਦੇ ਉੱਪਰ ਉਹਦਾ ਕੋਈ ਇਫੈਕਟ ਪੈ ਰਿਹਾ ਹੈ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਮਟੀਰੀਅਲ ਟ੍ਰਾਂਸੈਕਸ਼ਨ। ਕਲੀਅਰ ਹੋ ਰਹੀ ਹੈ ਚੀਜ਼? ਸਮਝ ਲੱਗ ਰਹੀ ਹੈ? ਇਹਨੂੰ ਆਪਾਂ ਸਲਾਈਡ ਦੇ ਥਰੂ ਵੀ ਬੇਟੇ ਜਰਾ ਦੇਖਦੇ ਹਾਂ। ਤੁਸੀਂ ਸਲਾਈਡ ਤੇ ਦੇਖ ਰਹੇ ਹੋਵੋਗੇ ਮਟੀਰੀਅਲਿਟੀ ਕਨਸੈਪਟ। ਦੇਖੋ ਜਰਾ, ਐਕਸਪਲੇਨ ਦਾ ਕਨਸੈਪਟ ਆਫ ਮਟੀਰੀਅਲਿਟੀ। ਮਟੀਰੀਅਲਿਟੀ ਮੀਨਸ financial statements should disclose all the items and facts which are sufficient enough to influence the decisions of reader or user of financial statement। ਬੇਟੇ ਇਹਦਾ ਕੀ ਮਤਲਬ ਹੈ ਕਿ ਮਟੀਰੀਅਲਿਟੀ ਕਹਿੰਦਾ ਉਹ ਚੀਜ਼ ਹੈ ਕਿ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਸਾਨੂੰ ਡਿਸਕਲੋਜ਼ ਕਰਨੀਆਂ ਜ਼ਰੂਰੀ ਨੇ। ਅਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਮਤਲਬ ਕਿ ਬੈਲੈਂਸ ਸ਼ੀਟਸ ਦੇ ਅੰਦਰ ਜਾਂ ਆਪਾਂ ਆਪਣੇ ਫਾਈਨਲ ਅਕਾਊਂਟਸ ਦੇ ਅੰਦਰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਅਸੀਂ ਹਰ ਇੱਕ ਮਟੀਰੀਅਲ ਟ੍ਰਾਂਸੈਕਸ਼ਨਸ ਨੂੰ ਆਪਾਂ ਸ਼ੋ ਕਰਾਂਗੇ, ਡਿਸਕਲੋਜ਼ ਕਰਾਂਗੇ ਕਿ ਉਹ ਟ੍ਰਾਂਸੈਕਸ਼ਨ ਮਟੀਰੀਅਲ ਹੋਏਗੀ ਜਿਹਦੇ ਨਾਲ ਸਾਡੇ ਡਿਸੀਜ਼ਨਸ ਦੇ ਉੱਪਰ ਜਾਂ ਰੀਡਰ ਜਿਹੜਾ ਹੋਏਗਾ ਜਿਹਨੇ ਸਾਡੀ ਬੈਲੈਂਸ ਸ਼ੀਟ ਨੂੰ ਰੀਡ ਕਰਨਾ ਹੈ, ਜਾਂ ਯੂਜ਼ਰ ਜਿਹੜਾ ਹੋਏਗਾ ਸ਼ੇਅਰ ਹੋਲਡਰ ਵਗੈਰਾ, ਸ਼ੇਅਰ ਹੋਲਡਰ ਐਂਡ ਸਟੇਕ ਹੋਲਡਰਸ ਕੋਈ ਵੀ ਹੋ ਸਕਦੇ ਹੈ, ਉਹਨਾਂ ਦੇ ਡਿਸੀਜ਼ਨਸ ਦੇ ਉੱਪਰ ਕੋਈ ਇਫੈਕਟ ਪੈ ਰਿਹਾ ਹੋਵੇ ਤਾਂ ਉਹ ਚੀਜ਼ ਸਾਨੂੰ ਆਪਣੀ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਅੰਦਰ ਡਿਸਕਲੋਜ਼ ਕਰਨੀ ਜ਼ਰੂਰੀ ਹੈ। ਕਿਸੇ ਬਾਹਰਲੇ ਬੰਦੇ ਦੇ ਨਾਲ ਧੱਕਾ ਨਾ ਹੋਵੇ, ਇਸ ਕਰਕੇ ਸਾਨੂੰ ਆਪਣੀ ਜਿਹੜੇ ਮਟੀਰੀਅਲਿਟੀ ਲੈਵਲਸ ਦੀਆਂ ਟ੍ਰਾਂਸੈਕਸ਼ਨਸ ਨੇ ਉਹ ਸਾਨੂੰ ਸ਼ੋ ਕਰਨੀਆਂ, ਡਿਸਕਲੋਜ਼ ਕਰਨੀਆਂ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਜ਼ਰੂਰੀ ਨੇ ਕਿ ਹਾਂ ਵੀ ਬਾਹਰਲੇ ਬੰਦੇ ਦੇ ਲਈ ਸਫੀਸ਼ੀਐਂਟ ਡਿਸਕਲੋਜ਼ਰ ਹੋ ਜਾਣ ਕਿ ਕੱਲ੍ਹ ਨੂੰ ਉਹ ਬੰਦੇ ਦੇ ਨੋਟਿਸ ਦੇ ਵਿੱਚ ਆ ਜਾਏ ਕਿ ਹਾਂਜੀ ਇਹ ਮਟੀਰੀਅਲ ਟ੍ਰਾਂਸੈਕਸ਼ਨ ਸੀ। ਨੈਕਸਟ ਉਸ ਤੋਂ ਬਾਅਦ ਬੇਟੇ ਲਿਖਿਆ ਹੋਇਆ ਹੈ ਦੀ ਅਕਾਊਂਟੈਂਟ ਸ਼ੁੱਡ ਜੱਜ ਦਾ ਇੰਪੋਰਟੈਂਸ ਆਫ ਈਚ ਟ੍ਰਾਂਸੈਕਸ਼ਨ। ਕਹਿੰਦਾ ਜੋ ਅਕਾਊਂਟੈਂਟ ਹੋਏਗਾ ਉਹ ਖੁਦ ਹੀ ਜੱਜ ਕਰੇਗਾ ਕਿ ਹਰ ਇੱਕ ਟ੍ਰਾਂਸੈਕਸ਼ਨ ਦੀ ਇੰਪੋਰਟੈਂਸ ਕੀ ਹੈ ਟੂ ਡਿਟਰਮਾਈਨ ਇਟਸ ਮਟੀਰੀਅਲਿਟੀ। ਇਨ ਅਦਰ ਵਰਡਸ ਐਨ ਆਈਟਮ ਸ਼ੁੱਡ ਬੀ ਰਿਗਾਰਡਡ ਐਜ਼ ਮਟੀਰੀਅਲ। ਕਹਿੰਦਾ ਉਹੀ ਆਈਟਮ ਮਟੀਰੀਅਲ ਮੰਨੀ ਜਾਏਗੀ ਇਫ ਦੇਅਰ ਇਜ਼ ਰੀਜ਼ਨ ਟੂ ਬਿਲੀਵ ਦੈਟ ਨੌਲੇਜ of it would influence decision of informed investor। ਕਹਿੰਦਾ ਜੀ ਉਹੀ ਆਈਟਮ ਮਟੀਰੀਅਲਿਟੀ ਲੈਵਲ ਦੇ ਉੱਪਰ ਜਜਮੈਂਟ ਹੋਏਗੀ, ਉਹੀ ਆਈਟਮ ਨੂੰ ਅਸੀਂ ਮਟੀਰੀਅਲ ਬੋਲਾਂਗੇ
ਜਿਹਦੇ ਨਾਲ ਕੋਈ ਐਸਾ ਰੀਜ਼ਨ ਆਏ ਕਿ ਜਿਹਦੇ ਨਾਲ ਡਿਸੀਜਨਸ ਦੇ ਉੱਪਰ ਜਿਹੜਾ ਇਨਵੈਸਟਰ ਦਾ ਡਿਸੀਜਨ ਹੈ ਉਹਦੇ ਉੱਪਰ ਕੋਈ ਨਾ ਕੋਈ ਚੇਂਜ ਹੋ ਰਿਹਾ ਹੋਏ, ਉਹਦੇ ਉੱਪਰ ਕੋਈ ਨਾ ਕੋਈ ਇਨਫਲੂਐਂਸ ਹੋ ਰਿਹਾ ਹੋਏ, ਉਹ ਡਿਸੀਜਨਸ ਦੇ ਉੱਪਰ ਕੋਈ ਨਾ ਕੋਈ ਇਨਵੈਸਟਰ ਦੇ ਡਿਸੀਜਨਸ ਤੇ ਇਫੈਕਟ ਪਾ ਰਹੀ ਹੋਏ, ਔਰ ਇਨਵੈਸਟਰਸ ਦੀ ਨੌਲੇਜ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਅਗਰ ਕੋਈ ਮਟੀਰੀਅਲ ਟ੍ਰਾਂਜੈਕਸ਼ਨ ਹੁੰਦੀ ਹੈ। ਕਲੀਅਰ ਹੋ ਰਹੀ ਚੀਜ਼ ਬੇਟੇ? ਇਹ ਸੀਗਾ ਸਾਡਾ ਮਟੀਰੀਅਲਿਟੀ। ਕਲੀਅਰ ਹੋ ਰਹੀ ਹੈ ਚੀਜ਼? ਇਹ ਸਾਡਾ ਥਰਡ ਕਨਸੈਪਟ ਤੁਹਾਡੇ ਨਾਲ ਡਿਸਕਸ਼ਨ ਹੋ ਗਿਆ, ਮਟੀਰੀਅਲਿਟੀ। ਥਿਅਰੀ ਪਰਪਸ ਵਾਸਤੇ +1 ਅਕਾਊਂਟਸ ਦੇ ਅੰਦਰ ਨਾਰਮਲੀ ਜੋ ਤੁਹਾਡੇ MSTs ਹੁੰਦੇ ਹੈ ਉਹ ਜਾਂ ਤੁਹਾਡਾ ਜਿਹੜਾ ਫਾਈਨਲ ਐਗਜ਼ਾਮ ਹੋਏਗਾ ਤੁਹਾਡੇ ਵਿੱਚੋਂ ਕੋਈ ਨਾ ਕੋਈ ਜਿਹੜੇ ਆਪਾਂ ਫਸਟ ਚੈਪਟਰ ਦੇ ਕਨਸੈਪਟਸ ਕਰ ਰਹੇ ਹਾਂ ਕਿ ਇਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਕਾਫੀ ਸਾਰੀ ਥਿਅਰੀ ਅਗਲਾ ਐਗਜ਼ਾਮ ਦੇ ਵਿੱਚ ਪੁੱਛ ਜਾਂਦਾ ਹੈ, ਚਾਹੇ ਤੁਹਾਡਾ CBSE ਸਟੈਂਡਰਡ ਹੈ, ਚਾਹੇ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਜਾਂ ਚਾਹੇ ਤੁਸੀਂ ISC ਦੇ ਸਟੂਡੈਂਟਸ ਹੋ। ਕਲੀਅਰ ਹੋ ਰਹੀ ਹੈ? ਤਾਂ ਤੁਹਾਨੂੰ ਇਹ ਬੇਸਿਕ ਕਨਸੈਪਟਸ ਬੇਟੇ ਬਹੁਤ ਯੂਜ਼ਫੁਲ ਹੋਣਗੇ। ਅਗਰ ਤੁਸੀਂ +1 ਦੇ ਬੇਸਿਕਸ ਨੂੰ ਕਲੀਅਰ ਕਰਦੇ ਹੋ ਤਾਂ ਤੁਹਾਡਾ ਇਨ ਫਿਊਚਰ ਤੁਹਾਡੀਆਂ ਰੂਟਸ ਸਟਰੋਂਗ ਹੋ ਜਾਣਗੀਆਂ, ਦੈਨ ਉਸ ਤੋਂ ਬਾਅਦ ਉਹਦੇ ਉੱਪਰ ਬ੍ਰਾਂਚਿਸ ਆਪਣੇ ਆਪ ਬਣਨੀਆਂ ਸ਼ੁਰੂ ਹੋ ਜਾਣਗੀਆਂ, ਔਰ ਫਿਰ ਤੁਹਾਡਾ ਅੱਛੇ ਲੈਵਲ ਤੇ ਤੁਹਾਨੂੰ ਅਕਾਊਂਟੈਂਸੀ ਦੀ ਨੌਲੇਜ ਹੋਣੀ ਸ਼ੁਰੂ ਹੋ ਜਾਏਗੀ। ਕਿਉਂਕਿ ਨੈਕਸਟ ਕਿਸੇ ਵੀ ਕਲਾਸ ਦੇ ਅੰਦਰ ਤੁਹਾਡੇ ਕੋਲ ਇੰਨਾ ਟਾਈਮ ਅਵੇਲੇਬਲ ਨਹੀਂ ਹੁੰਦਾ ਕਿ ਤੁਸੀਂ ਹਰ ਇੱਕ ਕਨਸੈਪਟ ਨੂੰ ਡੀਪ ਲੈਵਲ ਤੇ ਜਾ ਕੇ ਸੁਣ ਸਕੋ ਜਾਂ ਡੀਪ ਲੈਵਲ ਤੇ ਜਾ ਕੇ ਤੁਸੀਂ ਸਮਝ ਸਕੋ। ਕਲੀਅਰ ਹੋ ਰਹੀ ਹੈ ਚੀਜ਼? ਨੈਕਸਟ ਅੱਗੇ ਬੇਟੇ ਆਪਾਂ ਡਿਸਕਸ਼ਨ ਕਰੀਏ ਬਿਜ਼ਨਸ ਐਂਟੀਟੀ ਕਨਸੈਪਟ। ਦੇਖੋ ਇਹ ਬਹੁਤ ਅੱਛਾ ਕਨਸੈਪਟ ਹੈ। ਬਿਜ਼ਨਸ ਐਂਟੀਟੀ ਕਨਸੈਪਟ ਕੀ ਹੁੰਦਾ ਹੈ? ਬਹੁਤ ਜ਼ਰੂਰੀ ਹੈ ਬੇਟੇ ਇਹ ਸਮਝਣਾ ਬਿਜ਼ਨਸ ਐਂਟੀਟੀ ਕਨਸੈਪਟ ਕਿ ਬਿਜ਼ਨਸ ਐਂਟੀਟੀ ਕਨਸੈਪਟ ਕੀ ਚੀਜ਼ ਹੈ। ਫॉर एग्जांपल ਇੱਕ ਮਿਸਟਰ X ਹੈ, ठीक है, एक मिस्टर X है। मान के चलो कि मिस्टर X ने ना एक बिजनेस शुरू किया, एक बिजनेस शुरू किया। फॉर एग्जांपल कि आप उस बिजनेस का नाम रख देने एक्स एंड कंपनी, मतलब कि एक सोल प्रोप्राइटरशिप है। सोल प्रोप्राइटरशिप मतलब इंडिविजुअल, इन्हें एक बिजनेस शुरू किया और बिजनेस का नाम की रखा एक्स एंड कंपनी। अच्छा हुण इस बिजनेस के अंदर फॉर एग्जांपल कि तुहानू ना 13 लाख रुपया चाहिए क्या पैसा लाने वास्ते। ये बिजनेस दे विच तुहानू 13 लाख रुपया इन्वेस्ट करने की लोड़ हैगी है। जो इनिशियल इन्वेस्टमेंट है इस बिजनेस की वो 13 लाख है मान के चलो, और मिस्टर X के कोल ना फॉर एग्जांपल सिर्फ 10 लाख रुपया ही अवेलेबल है। मिस्टर X इस बिजनेस से सिर्फ 10 लाख रुपया ला सकता है। मिस्टर X को मैक्सिमम सिर्फ 10 लाख रुपया पिया होया है जो इस बिजनेस दे विच इन्वेस्ट कर सकते। हुण तुसीं दसो बिजनेस दे विच लगा चाहिदा कितना है? 13 लाख। ते ओनर दे कोल जिहड़ा प्रोपराइटर है या ओनर जिहड़ा मालिक है बिजनेस दा ਉਹਦੇ ਕੋਲ सिर्फ किन्ने पैसे है? 10 लाख। ਹੁਣ ਦੱਸੋ ਸੈਕਿੰਡ ਆਪਸ਼ਨ ਕੀ ਹੁੰਦੀ ਹੈ ਸਾਡੇ ਕੋਲ ਕਿ ਅਸੀਂ ਮਾਰਕੀਟ ਤੋਂ ਲੋਨ ਲਈਏ, ਅਸੀਂ ਕਿਸੇ ਬੈਂਕ ਤੋਂ ਫॉर एग्जांपल ਸਟੇਟ ਬੈਂਕ ਆਫ ਇੰਡੀਆ ਤੋਂ ਜਾਂ ICICI ਬੈਂਕ ਤੋਂ ਜਾਂ ਕਿਸੇ ਵੀ ਬੈਂਕ ਕੋਲ ਅਸੀਂ ਅਪਰੋਚ ਕਰਦੇ ਹਾਂ ਔਰ ਅਸੀਂ ਬੈਂਕ ਤੋਂ 3 ਲੱਖ ਰੁਪਏ ਦਾ ਲੋਨ ਅਰੇਂਜ ਕਰਵਾਉਂਦੇ ਆ, ਔਰ ਉਹ 3 ਲੱਖ ਰੁਪਏ ਦਾ ਲੋਨ ਬੇਟੇ ਆਪਾਂ ਕਿੱਥੇ ਇਨਵੈਸਟ ਕਰਦੇ ਆ? ਬਿਜ਼ਨਸ ਦੇ ਵਿੱਚ। ਮਤਲਬ ਇਹ ਹੋ ਗਿਆ ਕਿ ਬਿਜ਼ਨਸ ਨੂੰ ਜਿਹੜਾ 13 ਲੱਖ ਰੁਪਏ ਇੱਥੇ ਚਾਹੀਦਾ ਹੈ, ਬਿਜ਼ਨਸ ਨੂੰ ਜਿਹੜਾ ਇੱਥੇ 13 ਲੱਖ ਰੁਪੀਸ ਚਾਹੀਦਾ ਹੈ, ਉਹਦੇ ਵਿੱਚੋਂ 5 ਲੱਖ ਰੁਪੀਸ ਦਾ ਕੀ ਆ ਰਿਹਾ ਹੈ? 5 ਲੱਖ ਰੁਪੀਸ ਨੂੰ ਆਪਾਂ ਕੀ ਬੋਲਾਂਗੇ? ਲੋਨ ਫਰੋਮ ਬੈਂਕ। ਬੈਂਕ ਤੋਂ ਲੋਨ ਲਿੱਤਾ ਜਾ ਰਿਹਾ ਹੈ। ਸੌਰੀ 5 ਲੱਖ ਨਹੀਂ 3 ਲੱਖ, क्योंकि ਆਪਾਂ ਨੂੰ 13 ਲੱਖ ਚਾਹੀਦਾ। 10 ਲੱਖ ਰੁਪਏ ਤਾਂ ਮਿਸਟਰ X ਨੇ ਲਗਾਤਾ, ਇਹਦਾ ਮਤਲਬ ਸਾਨੂੰ 3 ਲੱਖ ਰੁਪਏ ਦਾ ਕੀ ਲੈਣਾ ਮਾਰਕੀਟ ਤੋਂ? ਲੋਨ। 3 ਲੱਖ ਰੁਪੀਸ ਦਾ ਬੇਟੇ ਆਪਾਂ ਮਾਰਕੀਟ ਤੋਂ ਲੋਨ ਰੇਜ਼ ਕਰਾਂਗੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਮਾਰਕੀਟ ਤੋਂ ਅਸੀਂ ਪੈਸਾ ਲੈ ਰਹੇ ਹਾਂ, ਮਿਸਟਰ X ਦੀ ਗੱਲ ਅਸੀਂ ਬਾਅਦ ਚ ਕਰਦੇ ਹਾਂ, ਜਿਹੜਾ ਅਸੀਂ ਮਾਰਕੀਟ ਤੋਂ ਇਹ ਲੋਨ ਲਵਾਂਗੇ ਇਹ ਆਊਟਸਾਈਡਰ ਦਾ ਪੈਸਾ ਹੈ ਨਾ, ਇਹ ਆਊਟਸਾਈਡਰ ਦਾ ਪੈਸਾ ਹੈ, ਔਰ ਇਹ ਕਦੀ ਨਾ ਕਦੀ ਬਿਜ਼ਨਸ ਨੂੰ ਕੀ ਕਰਨਾ ਪਏਗਾ? ਰੀਪੇ ਵੀ ਕਰਨਾ ਪਏਗਾ। ਤੁਸੀਂ ਕਿਸੇ ਵੀ ਆਊਟਸਾਈਡਰ ਕੋਲੋਂ ਪੈਸਾ ਲਓਗੇ ਤਾਂ ਤੁਹਾਨੂੰ ਉਹ ਆਊਟਸਾਈਡਰ ਵਾਲਾ ਪੈਸਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ 1 ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਤੁਹਾਨੂੰ ਇਹ ਪੈਸਾ ਪੇ ਕਰਨਾ ਪਏਗਾ। ਕਲੀਅਰ ਹੋ ਰਹੀ? ਕਿਉਂਕਿ ਤੁਹਾਡਾ ਬਿਜ਼ਨਸ ਔਰ ਇਹ ਆਊਟਸਾਈਡਰ both are different from each other। मतलब कि तुसी बिजनेस तुसी हो और बैंक की है एक आउटसाइडर, एरा मतलब both are different। मतलब कि यार फॉर एग्जांपल मैं तुहाडे कोलों 3 लाख रुपया लैके अपने बिजनेस चलाना वा, हुण मेरे बिजनेस दे विच जिथे पैसा लग्या है तो मैं बाहरले बंदे कोलों पैसा लिता है, आउटसाइडर कोलों पैसा लिता है जो मेरे बिजनेस का पार्ट नहीं है, तो फिर दोनों अलग अलग ही ने ना। तुसी आउटसाइडर हो और मैं इंटरनल हाँ। समझ लो भी चीज, आउटसाइडर को लिता होया पैसा बिजनेस की लाइबिलिटी है, जो बिजनेस लाइबल टू पे है। अज नहीं तो कल नहीं तो परसों, साल बाद 5 साल बाद 10 साल बाद बिजनेस 3 लाख रुपीस इंक्लूडिंग इंटरस्ट
अपने बैंक ਨੂੰ पे करना पेगा। क्लियर हो रही चीज़, क्योंकि वो आउटसाइडर लाइबिलिटी है और आउटसाइडर लाइबिलिटी ਦਾ ਬਿਜ਼ਨਸ ਨੂੰ ਪੈਸਾ ਕਦੀ ਨਾ ਕਦੀ ਵਾਪਸ ਕਰਨਾ ਪੈਣਾ ਹੈ, ਇਹਦੀ ਰੀਪੇਮੈਂਟ ਹੋਣੀ ਹੈ। ਕਲੀਅਰ ਹੋ ਰਹੀ ਚੀਜ਼। ਇਹਦਾ ਮਤਲਬ ਇਹ ਲੋਨ ਨੂੰ ਆਪਾਂ ਕੀ ਬੋਲਾਂਗੇ, ਦਿਸ ਵਨ ਇਜ਼ ਦਾ ਲਾਇਬਿਲਿਟੀ ਇਨ ਦਾ ਹੈਂਡਸ ਆਫ ਬਿਜ਼ਨਸ। ਔਰ ਇਸ ਲਾਇਬਿਲਿਟੀ ਦੀ ਬੇਟੇ ਨਾਮ ਕੀ ਪੈ ਗਿਆ, ਇਸ ਲਾਇਬਿਲਿਟੀ ਦਾ ਨਾਮ ਕੀ ਪੈ ਗਿਆ, ਲੋਨ। ਇਸ ਲਾਇਬਿਲਿਟੀ ਦਾ ਨਾਮ ਕੀ ਆ ਗਿਆ, ਲੋਨ। ਹੁਣ ਜਰਾ ਆਪਾਂ ਇੱਧਰ ਮੂਵ ਕਰੀਏ, ਹੁਣ ਇੱਧਰ ਮੂਵ ਕਰੀਏ। ਮਿਸਟਰ ਐਕਸ ਉਹਨੇ ਬਿਜ਼ਨਸ 'ਚ ਕਿੰਨਾ ਪੈਸਾ ਲਗਾਇਆ, 10 ਲੱਖ। ਹੁਣ ਤੁਸੀਂ ਦੱਸੋ, ਜੇ ਮਿਸਟਰ ਐਕਸ ਨੇ 10 ਲੱਖ ਲਗਾਇਆ ਤੇ ਬਿਜ਼ਨਸ ਦੀ ਜ਼ਿੰਮੇਵਾਰੀ ਹੈ ਇਹ ਪੈਸਾ ਵੀ ਇਹਨੂੰ ਵਾਪਸ ਕਰਨਾ। ਮਤਲਬ ਜੇ ਬਿਜ਼ਨਸ ਦੇ ਵਿੱਚ ਅਸੀਂ ਬਾਹਰਲੇ ਬੰਦੇ ਦਾ ਪੈਸਾ ਲਵਾਉਂਦੇ ਆ ਨਾ, ਤਾਂ ਬਾਹਰਲੇ ਬੰਦੇ ਦਾ ਪੈਸਾ ਵਾਪਸ ਕਰਨਾ ਵੀ ਬਿਜ਼ਨਸ ਦੀ ਜ਼ਿੰਮੇਵਾਰੀ ਹੈ। ਜੇ ਆਪਣੇ ਬੰਦੇ ਨੇ ਵੀ ਪੈਸਾ ਲਾਇਆ ਨਾ 10 ਲੱਖ ਰੁਪਇਆ, ਇਹ ਵੀ ਬੇਟੇ ਬਿਜ਼ਨਸ ਦੀ ਲਾਇਬਿਲਿਟੀ ਹੁੰਦੀ ਹੈ ਕਿ ਜੋ ਬਿਜ਼ਨਸ ਨੂੰ ਵਾਪਸ ਕਰਨਾ ਪਏਗਾ ਇਨ ਫਿਊਚਰ ਆਪਣੇ ਓਨਰ ਨੂੰ ਵੀ। ਔਰ ਇਸ ਲਾਇਬਿਲਿਟੀ ਦਾ ਨਾਮ ਕੀ ਹੁੰਦਾ ਵੈ, ਕੈਪੀਟਲ। मैं पहला तो एक चीज़ ना ये समझानी चाहना वा कि जिद्दां लोन लाइबिलिटी हुंदी है ना बिजनेस की, उदा ही कैपिटल भी की हुंदी है लाइबिलिटी। कैपिटल का मतलब की हुंदा है, एन अमाउंट इन्वेस्टिड बाय द ओनर या प्रोपराइटर इन द बिजनेस कंसर्न इज नोन एज कैपिटल। हुण तुसीं कहोगे यार अपना पैसा असीं लाया है तो अपना पैसे ही क्यों लाइबिलिटी बनता पिया, बाहरले पैसे का असीं अपने बिजनेस च इन्वेस्ट करिए ਉਹ ਲਾਇਬਿਲਿਟੀ ਬਣ ਗਈ। ਉਹ ਤਾਂ ਚਲੋ ਗੱਲ ਸਮਝ ਲੱਗਦੀ ਹੈ ਕਿ ਮੈਂ ਲਾਇਬਲ ਟੂ ਪੇ ਹਾਂ, ਮਤਲਬ ਬਿਜ਼ਨਸ ਲਾਇਬਲ ਟੂ ਪੇ ਹੈ। ਪਰ ਜਿਹੜਾ ਮਿਸਟਰ ਐਕਸ ਨੇ ਪੈਸਾ ਲਾਇਆ ਉਹ ਵੀ ਬਿਜ਼ਨਸ ਦੀ 10 ਲੱਖ ਕੀ ਬਣਦੀ ਵੀ ਹੈ, ਲਾਇਬਿਲਿਟੀ। ਆਪਣਾ ਕੁਐਸਚਨ ਇੱਥੇ ਰਾਈਸਿਸ ਹੋ ਰਿਹਾ। ਦੇਖੋ ਇਹ ਹੁਣ ਇਹਨੂੰ ਸਮਝੋ ਜਰਾ ਕਿ ਮੈਂ ਕਿਉਂ ਬੋਲ ਰਿਹਾ ਵਾਂ ਕਿ 10 ਲੱਖ ਰੁਪਏ ਵੀ ਬਿਜ਼ਨਸ ਦੀ ਲਾਇਬਿਲਿਟੀ ਹੈ, ਕੈਪੀਟਲ ਵੀ ਬਿਜ਼ਨਸ ਦੀ ਲਾਇਬਿਲਿਟੀ ਹੈ। ਕਿਉਂਕਿ ਸਾਡੇ ਅਕਾਊਂਟਸ ਦੇ ਅੰਦਰ ਇੱਕ ਕਨਸੈਪਟ ਹੈਗਾ ਬੇਟੇ, ਜਿਸ ਕਨਸੈਪਟ ਦਾ ਕੀ ਨਾਮ ਹੈ, ਬਿਜ਼ਨਸ ਐਂਟੀਟੀ ਕਨਸੈਪਟ। ਹੁਣ ਬਿਜ਼ਨਸ ਐਂਟੀਟੀ ਕਨਸੈਪਟ ਸਾਨੂੰ ਪਤਾ ਕੀ ਸਮਝਾਉਂਦਾ ਹੈ, ਓਨਰ ਐਂਡ ਬਿਜ਼ਨਸ बोथ आर डिफरेंट फ्रॉम ईच अदर। मतलब यह हो गया कि ओनर बिजनेस नहीं है, ओनर बिजनेस नहीं है और बिजनेस ओनर नहीं है। ओनर एक अलग होएगा, एक अलग एंटिटी है, और बिजनेस एक अलग एंटिटी है, एक पर्सनल एंटिटी है और बिजनेस बिजनेस एंटिटी है। मतलब इन्हों आप सिंपलीफाइड लैंग्वेज समझाइए, जिहड़ा ओनर होएगा वो अलग है। फॉर एग्जाम्पल मुकेश अंबानी अनिल अंबानी अलग ने, तो रिलायंस इंडस्ट्रीज अलग है, रतन टाटा अलग है, बट टाटा कैमिकल्स टाटा इंडस्ट्रीज अलग है। समझ लगती भी है गल मेरी, क्लियर हो रही चीज़। मतलब कि जिहड़ा एक्चुअल च ओनर है वो अलग होएगा और बिजनेस अलग होएगा। समझ लग रही है कि मैं की बोलना चाह रहा कि बिजनेस ओनर नहीं है। बिजनेस ने चाहे अपने ओनर का पैसा लेता है चाहे आउटसाइडर का पैसा लेता है, बिजनेस और लाइबल टू पे ही है जी। अगर वो अपने आउटसाइडर को किसी को पैसा लेगा, किसी बैंक को पैसा लेगा, तो भी वो बिजनेस की लाइबिलिटी है, पर उस लाइबिलिटी का नाम होता है लोन, लोन फ्रॉम बैंक, और वो आउटसाइडर लाइबिलिटी हो जाती है। और सेम टू सेम बिजनेस अपने ओनर को अगर पैसा लेगा और उस पैसे को आप की प्रोनाउंसिएशन दे रहे हैं कैपिटल, बट वो कैपिटल भी बिजनेस की की बनती होंगी है लाइबिलिटी। जिदा बाहरले का पैसा लोन साडे लिए लाइबिलिटी है, उदा ही अपना पैसा लगाया होया भी साडे बिजनेस दे विच की बन जाती है लाइबिलिटी। क्योंकि मैं और मेरा बिजनेस बोथ आर डिफरेंट फ्रॉम ईच अदर एज पर द बिजनेस एंटिटी कॉन्सैप्ट। बिजनेस एंटिटी कॉन्सैप्ट के अकॉर्डिंगली असी बिजनेस नहीं हाँ, बिजनेस ओनर नहीं है, ओनर बिजनेस नहीं है, दोनों अलग अलग ने। ਇਹਦਾ मतलब असी अकाउंटेंट किदे ਹੁੰਦੇ ਆ हमेशा, असी अकाउंटेंट बेटे हमेशा किदे बनते हैं, बिजनेस के। असी ओनर के अकाउंटेंट नहीं होंगे, असी अनिल अंबानी के अकाउंटेंट नहीं बनना, असी मुकेश अंबानी के अकाउंटेंट नहीं हाँ, असी रिलायंस इंडस्ट्रीज के अकाउंटेंट हाँ, असी रतन टाटा के अकाउंटेंट नहीं हाँ, असी टाटा इंडस्ट्रीज टाटा कैमिकल्स के अकाउंटेंट हाँ। समझ लगती भी चीज़। कभी भी कोई पर्सन ओनर का अकाउंटेंट नहीं होएगा। असी अकाउंटेंसी किन्ना दी करनी है इस बिजनेस की। मतलब मेरे लिए मिस्टर एक्स मैं मिस्टर एक्स का इंप्लॉई नहीं हाँ। अगर ध्यान नाल देखा जाए तो मैंने मिस्टर एक्स दी बुक्स नहीं बनानियां, मैंने किहदियां बुक्स बनानियां, एक्स एंड कंपनी दियां, एक्स एंड कंपनी दियां बेटे मैंने बुक्स बनानियां ने। इसदा मतलब सारी अकाउंटेंसी जिहड़ी हुंदी है, सारे अकाउंट्स जो होंदे हैं, सारे प्रॉफिट लॉस होंदे हैं, वो हमेशा बिजनेस दे होंदे हैं, उहदे ओनर दे नहीं होंदे। क्योंकि ओनर अलग होंदा है, ओनर पर्सनल एंटिटी होंदी है और बिजनेस अलग है। सारा कुछ किहदे नां ते होना है, बिजनेस के नां ते।
ਅਸੀਂ ਮਾਰਕੀਟ ਦੇ ਵਿੱਚ ਬੇਟਾ ਰੀਚਾਰਜ ਅਗਰ ਕਰਵਾਉਣ ਜਾਈਏ ਰਿਲਾਇੰਸ ਦਾ ਜਾਂ ਜੀਓ ਦਾ ਰੀਚਾਰਜ ਕਰਵਾਉਣ ਜਾਈਏ, ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਯਾਰ ਮੁਕੇਸ਼ ਅੰਬਾਨੀ ਨੂੰ ਰੀਚਾਰਜ ਕਰ ਦਿਓ, ਇਹ ਤਾਂ ਨਹੀਂ ਅਸੀਂ ਮਾਰਕੀਟ 'ਚ ਕਹਿੰਦੇ। ਅਸੀਂ ਕਹਿੰਦੇ ਯਾਰ ਜੀਓ ਦਾ ਰੀਚਾਰਜ ਕਰੋ। ਇਹਦਾ ਮਤਲਬ ਜੀਓ ਬਿਜ਼ਨਸ ਐਂਟੀਟੀ ਹੈ ਔਰ ਅਸੀਂ ਬਿਜ਼ਨਸ ਐਂਟੀਟੀ ਦਾ ਰੀਚਾਰਜ ਕਰਵਾਉਣ ਲੱਗੇ ਹਾਂ। ਅਸੀਂ ਉਸ ਬਿਜ਼ਨਸ ਦੇ ਕਨਸੈਪਟ ਨੂੰ ਧਿਆਨ 'ਚ ਰੱਖਣਾ। ਸਮਝ ਲੱਗਦੀ ਵੀ ਜੀ? ਮਤਲਬ ਮੈਂ ਇਹ ਸਮਝਾਉਣਾ ਚਾਹੁੰਦਾ ਵਾਂ, ਐਜ਼ ਪਰ ਦਾ ਬਿਜ਼ਨਸ ਐਂਟੀਟੀ ਕਨਸੈਪਟ, ਓਨਰ ਜਿਹੜਾ ਬਿਜ਼ਨਸ ਦਾ ਓਨਰ ਹੋਏਗਾ ਔਰ ਉਹ ਬਿਜ਼ਨਸ ਜਿਹੜਾ ਹੋਏਗਾ ਉਹ ਹਮੇਸ਼ਾ ਆਪਸ ਦੇ ਵਿੱਚ ਡਿਫਰੈਂਟ ਹੋਣਗੇ। ਅਗਰ ਬਾਹਰਲੇ ਦਾ ਲਗਾਇਆ ਹੋਇਆ ਪੈਸਾ, ਅਗਰ ਆਊਟਸਾਈਡਰ ਦਾ ਲਗਾਇਆ ਹੋਇਆ ਪੈਸਾ ਬਿਜ਼ਨਸ ਦੀ ਲਾਇਬਿਲਟੀ ਹੈ, ਤਾਂ ਆਪਣੇ ਮਾਲਿਕ ਦਾ ਲਗਾਇਆ ਹੋਇਆ ਪੈਸਾ ਵੀ ਬਿਜ਼ਨਸ ਦੀ ਕੀ ਬਣ ਜਾਂਦੀ ਹੈ? ਲਾਇਬਿਲਟੀ। ਬਾਹਰਲੇ ਨੂੰ ਅਗਰ ਅਸੀਂ ਇਨ ਫਿਊਚਰ ਰੀਪੇ ਕਰਨਾ ਹੈ ਤਾਂ ਆਪਣੇ ਓਨਰ ਨੂੰ ਵੀ ਸਾਡੀ ਲਾਇਬਿਲਟੀ ਬਣਦੀ ਰਹਿੰਦੀ ਹੈ ਬਿਜ਼ਨਸ ਦੀ, ਕਿ ਬਿਜ਼ਨਸ ਨੇ ਉਹਨੂੰ ਵੀ ਕੀ ਕਰਨਾ ਹੈ? ਰੀਪੇ ਕਰਨਾ ਹੈ। ਸਮਝ ਲੱਗਦੀ ਵੀ ਹੈ? ਕਲੀਅਰ ਹੋ ਰਹੀ ਹੈ ਚੀਜ਼? ਇਸ ਕਨਸੈਪਟ ਨੂੰ ਬੇਟੇ ਆਪਾਂ ਬੋਲਦੇ ਹਾਂ ਬਿਜ਼ਨਸ ਐਂਟੀਟੀ। ਇਨ ਫਿਊਚਰ ਅਗਰ ਬਿਜ਼ਨਸ ਦੇ ਵਿੱਚ ਦੱਸੋ ਪ੍ਰੋਫਿਟ ਹੋਏਗਾ, ਉਹ ਬਿਜ਼ਨਸ ਦਾ ਆਪਣਾ ਹੋਏਗਾ? ਨਹੀਂ ਹੋ। ਜੇ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਏਗਾ ਤਾਂ ਕਿਹਦੀ ਮਿਹਨਤ ਨਾਲ ਹੋਏਗਾ? ਓਨਰ ਦੀ ਮਿਹਨਤ ਦੇ ਨਾਲ। ਇਹਦਾ ਮਤਲਬ ਜੇ ਇਨ ਫਿਊਚਰ ਬੇਟੇ ਪ੍ਰੋਫਿਟ ਹੋਇਆ ਨਾ ਇਸ ਬਿਜ਼ਨਸ ਦੇ ਵਿੱਚ, ਤਾਂ ਵੀ ਉਹ ਓਨਰ ਨੂੰ ਵਾਪਿਸ ਕਰਨਾ ਪਏਗਾ ਬਿਜ਼ਨਸ ਨੂੰ। ਔਰ ਉਹ ਮੈਂ ਤੁਹਾਨੂੰ ਸਮਝਾਉਂਗਾ ਅੱਗੇ ਜਾ ਕੇ ਕਿ ਉਹ ਪ੍ਰੋਫਿਟ ਕਿਹਦੇ ਵਿੱਚ ਪਲੱਸ ਹੋ ਜਾਂਦਾ ਹੁੰਦਾ ਹੈ? ਸਾਡੀ ਕੈਪੀਟਲ 'ਚ। ਕੈਪੀਟਲ ਦੇ ਵਿੱਚ ਪ੍ਰੋਫਿਟ ਕਿਉਂ ਪਲੱਸ ਹੋ ਜਾਂਦਾ ਹੈ? ਜਿਵੇਂ ਕੈਪੀਟਲ ਦਾ ਪੈਸਾ ਬਿਜ਼ਨਸ ਨੇ ਆਪਣੇ ਓਨਰ ਨੂੰ ਵਾਪਸ ਕਰਨਾ ਹੈ, ਇਦਾਂ ਹੀ ਕੱਲ ਨੂੰ ਜੇ ਪ੍ਰੋਫਿਟ ਹੋ ਗਿਆ ਉਸ ਬਿਜ਼ਨਸ ਦੇ ਵਿੱਚ, ਉਹ ਵੀ ਕਿਹਦੀ ਮਿਹਨਤ ਨਾਲ ਹੋਇਆ? ਓਨਰ ਦੀ ਮਿਹਨਤ ਨਾਲ। ਔਰ ਅਸੀਂ ਬਿਜ਼ਨਸ ਸਟੱਡੀਜ਼ ਦੇ ਵਿੱਚ ਇੱਕ ਲਾਈਨ ਪੜਾਂਗੇ, देयर इज अ डायरेक्ट रिलेशनशिप बिटवीन एफर्ट्स एंड रिवॉर्ड्स। एफर्ट्स किदे ਹੁੰਦੇ ਹੈ? ਮਿਸਟਰ ਐਕਸ ਦੇ, ਪਰ ਰਿਵਾਰਡ ਕਿਹਦੇ ਕੋਲ ਪਿਆ ਹੁੰਦਾ ਹੈ? ਬਿਜ਼ਨਸ ਕੋਲ। ਇਹਦਾ ਮਤਲਬ ਬਿਜ਼ਨਸ ਨੇ ਉਹ ਰਿਵਾਰਡ ਵੀ ਆਪਣੇ ਓਨਰ ਨੂੰ ਕਦੀ ਨਾ ਕਦੀ ਵਾਪਸ ਕਰਨਾ ਹੁੰਦਾ ਹੈ। ਇਸ ਕਰਕੇ ਕੈਪੀਟਲ ਦੇ ਵਿੱਚ ਇਨ ਫਿਊਚਰ ਕੋਈ ਵੀ ਪ੍ਰੋਫਿਟ ਹੋਏਗਾ ਤਾਂ ਕੈਪੀਟਲ ਜੋ ਕੀ ਹੋ ਜਾਂਦਾ ਹੈ? ਪਲੱਸ ਹੋ ਜਾਂਦਾ ਹੈ। ਔਰ ਅਗਰ ਬਾਈ ਚਾਂਸ ਲਾਸਿਸ ਹੋ ਗਏ, ਉਹ ਵੀ ਕਿਹਦੀ ਗਲਤੀ ਕਾਰਨ ਹੋਏ ਹੈ? ਓਨਰ ਦੀ, ਤਾਂ ਇੱਥੋਂ ਲਾਸਿਸ ਕੀ ਹੋ ਜਾਂਦੇ ਹੈ? ਮਾਈਨਸ ਹੋ ਜਾਂਦੇ ਹੈ। ਜੇ ਓਨਰ ਬਿਜ਼ਨਸ ਚੋਂ ਪੈਸਾ ਕਢਾ ਕੇ ਲੈ ਗਿਆ, ਕਲੀਅਰ ਹੋ ਰਹੀ ਜੀ, ਤਾਂ ਵੀ ਉਹ ਕੈਪੀਟਲ ਚੋਂ ਕੀ ਕਰੀ ਜਾਏਗਾ? ਮਾਈਨਸ। ਜੇ ਹੁਣ ਤੁਸੀਂ ਮੰਨ ਕੇ ਚਲੋ ਮਿਸਟਰ ਐਕਸ ਨੇ ਆਪਣੇ ਬਿਜ਼ਨਸ ਤੋਂ 2 ਲੱਖ ਰੁਪਇਆ ਕਢਾ ਲਿਆ, ਹੁਣ ਦੱਸੋ ਬਿਜ਼ਨਸ ਕੀ ਕਹੇਗਾ ਅੱਗੋਂ? ਬਿਜ਼ਨਸ ਦੇ ਅੰਦਰੋਂ ਕੀ ਆਵਾਜ਼ ਆਏਗੀ ਕਿ ਭਾਈ ਸਾਹਿਬ ਮੈਂ ਤੈਨੂੰ 10 ਲੱਖ ਰੁਪਇਆ ਦੇਣਾ ਸੀਗਾ, ਕਲੀਅਰ ਹੋ, ਤੂੰ 2 ਲੱਖ ਕਢਾ ਕੇ ਲੈ ਗਿਆ ਵਾ, ਹੁਣ ਮੈਂ ਤੈਨੂੰ ਸਿਰਫ ਕਿੰਨੇ ਦੇਣੇ ਆ? 8 ਲੱਖ। ਇਹਦਾ ਮਤਲਬ ਕੈਪੀਟਲ ਦੇ ਵਿੱਚੋਂ ਡਰਾਇੰਗਸ, ਜੇ ਓਨਰ ਆਪਣੀ ਪਰਸਨਲ ਨੇਚਰ ਜਾਂ ਡੋਮੈਸਟਿਕ ਯੂਜ਼ ਵਾਸਤੇ ਪੈਸਾ ਕਢਾਏਗਾ ਤਾਂ ਇਸ ਕੈਪੀਟਲ ਦੇ ਵਿੱਚੋਂ ਵੀ ਕੀ ਹੋ ਜਾਂਦੀਆਂ ਨੇ? ਮਾਈਨਸ। ਕਲੀਅਰ ਹੋ ਰਹੀ ਚੀਜ਼? ਤੁਹਾਨੂੰ ਮੈਂ ਕਨਸੈਪਟ ਦੇ ਨਾਲ ਫੈਮਿਲੀਅਰ ਕਰਵਾ ਰਿਹਾ ਵਾਂ ਕਿ ਕੈਪੀਟਲ ਦੇ ਅੰਦਰ ਨੈਟ ਪ੍ਰੋਫਿਟ ਕਿਉਂ ਪਲੱਸ ਹੁੰਦਾ ਹੈ? ਕਿਉਂਕਿ ਬਿਜ਼ਨਸ ਐਂਟੀਟੀ ਕਨਸੈਪਟ। ਕੈਪੀਟਲ ਦੇ ਵਿੱਚੋਂ ਨੈਟ ਲਾਸ ਕਿਉਂ ਮਾਈਨਸ ਹੁੰਦਾ ਹੈ? ਕਿਉਂਕਿ ਬਿਜ਼ਨਸ ਐਂਟੀਟੀ ਕਨਸੈਪਟ। ਜੇ ਪ੍ਰੋਫਿਟ ਹੋਇਆ ਇਸ ਪਰਸਨ ਦੇ ਐਫਰਟਸ ਕਾਰਨ ਹੋਇਆ, ਤਾਂ ਬਿਜ਼ਨਸ ਨੇ ਉਹਨੂੰ ਪੈਸੇ ਦੇਣੇ ਹੈ, ਪ੍ਰੋਫਿਟ ਪਲੱਸ ਹੋ ਗਿਆ। ਜੇ ਲਾਸ ਹੋਇਆ ਇਸ ਬੰਦੇ ਦੀ ਗਲਤੀ ਕਾਰਨ ਹੋਇਆ, ਤਾਂ ਬਿਜ਼ਨਸ ਨੇ ਉਹਨੂੰ ਪੈਸੇ ਨਹੀਂ ਦੇਣੇ, ਮਾਈਨਸ ਕਰ ਦੇਗਾ। ਔਰ ਜੇ ਉਹ ਪਰਸਨ ਕਢਾ ਕੇ ਲੈ ਗਿਆ ਪੈਸੇ ਪਰਸਨਲ ਯੂਜ਼ ਵਾਸਤੇ, ਡੋਮੈਸਟਿਕ ਯੂਜ਼ ਵਾਸਤੇ, ਆਪਣੇ ਘਰ ਦੇ ਕਿਸੇ ਯੂਜ਼ ਵਾਸਤੇ, ਤਾਂ ਉਸ ਕੇਸ ਦੇ ਵਿੱਚ ਵੀ ਬਿਜ਼ਨਸ ਨੇ ਉਹਨੂੰ ਪੈਸੇ ਹੁਣ ਉਹ ਨਹੀਂ ਦੇਣੇ, ਉਹ ਮਾਈਨਸ ਕਰ ਦੇਗਾ। ਮਤਲਬ ਕੈਪੀਟਲ ਦੇ ਵਿੱਚ ਨੈਟ ਪ੍ਰੋਫਿਟ ਪਲੱਸ ਹੋ ਜਾਂਦਾ ਹੈ, ਕੈਪੀਟਲ ਦੇ ਵਿੱਚੋਂ ਨੈਟ ਲਾਸ ਮਾਈਨਸ ਹੋ ਜਾਂਦਾ ਅਗਰ ਕੋਈ ਇਫ ਐਨੀ ਹੋਏ, ਔਰ ਕੈਪੀਟਲ ਦੇ ਵਿੱਚੋਂ ਹੀ ਕੀ ਮਾਈਨਸ ਹੋ ਜਾਂਦੀਆਂ ਨੇ? ਡਰਾਇੰਗਸ। ਡਰਾਇੰਗਸ ਮਤਲਬ ਕੀ ਹੁੰਦਾ ਹੈ ਕਿ an amount withdrawn by the owner from the business concern for domestic or personal use is known as drawings। और drawings भी बेटे की हो ਜਾਂਦੀਆਂ ਨੇ? ਮਾਈਨਸ। ਕਲੀਅਰ ਹੋ ਰਹੀ ਚੀਜ਼? ਹੁਣ ਜਰਾ ਮੈਂ ਇਹਨੂੰ ਸਲਾਈਡ ਤੋਂ ਰੀਡ ਕਰਾ ਲਵਾਂ ਕਿ ਬਿਜ਼ਨਸ ਐਂਟੀਟੀ ਕਨਸੈਪਟ ਕੀ ਹੈ। ਦੇਖੋ ਜਰਾ ਸਲਾਈਡ ਤੇ ਤੁਸੀਂ ਦੇਖ ਰਹੇ ਹੋਵੋਗੇ, ਅਕੋਰਡਿੰਗ ਟੂ ਦਾ ਅਕਾਊਂਟਿੰਗ ਐਂਟੀਟੀ ਪ੍ਰਿੰਸੀਪਲ, a business is treated as a separate entity that is distinct from its owner। ਬਿਜ਼ਨਸ ਇੱਕ ਸੈਪਰੇਟ ਐਂਟੀਟੀ ਹੋਏਗਾ ਆਪਣੇ ਓਨਰ ਤੋਂ, and all other accounting entities, and hence a distinction should be made between। ਕਹਿੰਦਾ ਸਾਨੂੰ ਹਮੇਸ਼ਾ ਅਕਾਊਂਟਿੰਗ ਐਂਟਰੀਜ਼ ਨੂੰ ਪਾਸ ਕਰਦੇ ਹੋ ਇੱਕ ਡਿਸਟਿੰਕਸ਼ਨ ਧਿਆਨ 'ਚ ਰੱਖਣਾ ਹੈ ਕਿ ਪਰਸਨਲ ਟ੍ਰਾਂਜੈਕਸ਼ਨਸ ਐਂਡ ਬਿਜ਼ਨਸ ਟ੍ਰਾਂਜੈਕਸ਼ਨਸ ਦੋਨੋਂ ਅਲੱਗ-ਅਲੱਗ ਹੁੰਦੀਆਂ ਨੇ, ਔਰ ਟ੍ਰਾਂਜੈਕਸ਼ਨ ਆਫ ਵਨ ਬਿਜ਼ਨਸ ਐਂਟੀਟੀ ਐਂਡ ਫਰੋਮ ਅਦਰ ਬਿਜ਼ਨਸ ਐਂਟੀਟੀ ਅਲੱਗ-ਅਲੱਗ ਹੈ। ਜਿਵੇਂ ਹੁਣ ਪਹਿਲੇ ਵਾਲੇ ਦੇ ਲਈ ਪਰਸਨਲ ਟ੍ਰਾਂਜੈਕਸ਼ਨਸ ਐਂਡ ਬਿਜ਼ਨਸ ਟ੍ਰਾਂਜੈਕਸ਼ਨਸ, ਇਹ ਕੈਪੀਟਲ ਵਾਲੀ ਹੋ ਗਈ ਬੇਟੇ। ਕੈਪੀਟਲ ਕਿੰਨੇ ਲਗਾਈ ਸੀਗੀ? ਓਨਰ ਨੇ, ਮਤਲਬ ਓਨਰ ਪਰਸਨਲ ਹੋ ਗਿਆ। ਔਰ ਬਿਜ਼ਨਸ ਟ੍ਰਾਂਜੈਕਸ਼ਨ ਬਿਜ਼ਨਸ ਦੇ ਲਈ ਕੀ ਬਣ ਗਈ? ਲਾਇਬਿਲਟੀ। ਕਲੀਅਰ ਹੋ ਰਹੀ ਚੀਜ਼? ਇਹ ਕੈਪੀਟਲ ਦੇ ਲਈ ਲਿਖਿਆ ਗਿਆ ਹੈ ਕਿ ਪਰਸਨਲ ਟ੍ਰਾਂਜੈਕਸ਼ਨ ਓਨਰ ਔਰ ਬਿਜ਼ਨਸ ਟ੍ਰਾਂਜੈਕਸ਼ਨ ਬਿਜ਼ਨਸ ਦੀ ਲਾਇਬਿਲਟੀ। ਔਰ ਟ੍ਰਾਂਜੈਕਸ਼ਨਸ ਸੈਕਿੰਡ ਨੰਬਰ, ਟ੍ਰਾਂਜੈਕਸ਼ਨਸ ਆਫ ਵਨ ਬਿਜ਼ਨਸ ਐਂਟੀਟੀ ਐਂਡ ਦੋਜ਼ ਆਫ ਅਨਦਰ ਬਿਜ਼ਨਸ ਐਂਟੀਟੀ, ਇਹਨਾਂ ਨੂੰ ਵੀ ਅਲੱਗ-ਅਲੱਗ ਕਰਨਾ ਹੈ। ਇਹ ਕਿਹੜੀ ਐਗਜ਼ਾਮਪਲ ਹੋ ਗਈ ਸਾਡੀ? ਲੋਨ ਵਾਲੀ, ਕਿ ਜਿਹਦੇ ਵਿੱਚ PNB ਤੋਂ ਜਾਂ ਸਟੇਟ ਬੈਂਕ ਆਫ ਇੰਡੀਆ ਤੋਂ ਅਸੀਂ 3 ਲੱਖ ਰੁਪਏ ਦਾ ਜਿਹੜਾ ਲੋਨ ਲਿੱਤਾ ਸੀਗਾ, ਉਹ ਇੱਕ ਅਲੱਗ ਬਿਜ਼ਨਸ ਐਂਟੀਟੀ ਹੈ, ਮੈਂ ਇੱਕ ਅਲੱਗ ਬਿਜ਼ਨਸ ਐਂਟੀਟੀ ਹਾਂ। ਅਗਰ ਮੈਂ ਉਹਦੇ ਨਾਲ ਟ੍ਰਾਂਜੈਕਸ਼ਨ ਵੀ ਕਰਾਂਗਾ ਤਾਂ ਵੀ ਉਹ ਅਲੱਗ-ਅਲੱਗ ਦੇਖਣੀਆਂ ਨੇ। ਅਗਰ ਮੈਂ ਆਪਣੇ ਓਨਰ ਦੇ ਨਾਲ ਵੀ ਕੋਈ ਟ੍ਰਾਂਜੈਕਸ਼ਨ ਕਰਾਂਗਾ ਉਹ ਵੀ ਆਪਾਂ ਅਲੱਗ-ਅਲੱਗ ਦੇਖਣੀ ਹੈ। ਨੈਕਸਟ ਅੱਗੇ ਉਸ ਤੋਂ ਬਾਅਦ ਬੇਟੇ ਕਿ ਉਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ, ਹੋਰ ਐਗਜ਼ਾਮਪਲ ਦੇਖੋ ਜਰਾ ਤੁਸੀਂ। ਇਨ ਕੇਸ ਆਫ ਅ ਪ੍ਰੋਪਰਾਈਟਰੀ ਕੰਸਰਨ,
to the legal entity of the business and its proprietor is the same. Proprietary concern ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਇੰਡੀਵਿਜੂਅਲ ਸਿੰਗਲ ਪਰਸਨ ਹੀ ਸਭ ਕੁਝ ਕਰੇਗਾ, ਉਹਨੂੰ ਪ੍ਰੋਪਰਾਈਟਰੀ ਕੰਸਰਨ ਬੋਲਦੇ ਆ। ਕਹਿੰਦਾ ਉਹਦੇ ਵਿੱਚ ਲੀਗਲ ਐਂਟੀਟੀ ਆਫ ਦਾ ਬਿਜ਼ਨਸ ਤੇ ਪ੍ਰੋਪਰਾਈਟਰ ਭਾਵੇਂ ਸੇਮ ਹੈ ਫॉर ਦਾ ਪਰਪਸ ਆਫ ਅਕਾਊਂਟਿੰਗ, मतलब कि मिस्टर एक्स ਤੇ एक्स एंड कंपनी लॉजिकली मतलब कि लेमन लैंग्वेज ਚ ਦੇਖਿਆ ਜਾਵੇ ਤਾਂ ਉਹ ਸੇਮ ਹੀ ਨੇ, ਪਰ ਅਕਾਊਂਟਿੰਗ ਪੁਆਇੰਟ ਆਫ ਵਿਊ ਦੇ ਨਾਲ ਫॉर ਦਾ ਪਰਪਸ ਆਫ ਅਕਾਊਂਟਿੰਗ ਦੇ ਆਰ ਟੂ ਬੀ ਟ੍ਰੀਟਡ ਐਜ਼ ਸੈਪਰੇਟ ਫਰਮ ਈਚ ਅਦਰ। ਅਕਾਊਂਟਿੰਗ ਪੁਆਇੰਟ ਆਫ ਵਿਊ ਦੇ ਨਾਲ ਬੇਟੇ ਉਹ ਦੋਨੋਂ ਆਪਸ ਦੇ ਵਿੱਚ ਕੀ ਹੋਣਗੇ, ਸੈਪਰੇਟ। क्लियर हो रही है चीज। दिस वन इज द बिजनेस एंटिटी कॉन्सैप्ट और यह बहुत जरूरी है साडे लई समझना। तुसीं अगर लिखना है लिख लेना, इन फ्यूचर तुहाडे नाल डिस्कशन होएगी। कैपिटल प्लस नेट प्रॉफिट इफ एनी माइनस नेट लॉस इफ एनी माइनस ड्राइंग्स इफ एनी। मतलब कैपिटल दे विच नेट प्रॉफिट प्लस कर देना आपां, नेट लॉस असीं माइनस कर देना है, ड्राइंग्स असीं की कर देनियां ने, माइनस कर देनियां ने। और यह सब कुछ प्लस माइनस क्यों हो रहा है, क्योंकि बिजनेस एंटिटी कॉन्सैप्ट के कारण। क्लियर हो रही है। हुण बेटे आप मूव करिए अपने लास्ट कॉन्सैप्ट की तरफ, जो साडा टॉपिक नंबर 4 का लास्ट कॉन्सैप्ट होएगा वो साडा डुअल एस्पैक्ट। हुण डुअल एस्पैक्ट की हुंदा हुंदा है? डुअल एस्पैक्ट बेटे मेरी ऑलरेडी वैसे तुहाडे नाल डिस्कशन एक बारी हो चुकी है, पर मैं उन्हें रिफ्रेश कर देवां जरा कि डुअल एस्पैक्ट कॉन्सैप्ट की हुंदा है। मैं तुहानूं समझाया सीगा डबल एंट्री बुक कीपिंग, तुहानूं याद आ रहा होगा थोड़ा जिहा, डबल एंट्री बुक कीपिंग। डबल एंट्री बुक कीपिंग च मैं तुहानूं की समझाया सीगा कि ਜਿਹੜੇ ਵੀ ਆਪਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਆ ਨਾ, ਜਿਹੜੇ ਵੀ ਆਪਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਆ, ਉਹ ਟ੍ਰਾਂਜੈਕਸ਼ਨ ਵਨ ਸਾਈਡਡ ਰਿਕਾਰਡ ਨਹੀਂ ਹੋਏਗੀ। ਕੋਈ ਵੀ ਆਪਾਂ ਟ੍ਰਾਂਜੈਕਸ਼ਨ ਨੂੰ ਅਗਰ ਰਿਕਾਰਡ ਕਰਾਂਗੇ ਤਾਂ ਵਨ ਸਾਈਡਡ ਨਹੀਂ ਹੋਏਗੀ, ਉਹ ਹਮੇਸ਼ਾ ਡਬਲ ਸਾਈਡਡ ਹੋਏਗੀ। ਵਨ ਸਾਈਡਡ ਸਾਡੀ ਕਿਹੜੀ ਹੋਏਗੀ, ਡੈਬਿਟ, ਔਰ ਸੈਕਿੰਡ ਸਾਈਡ ਬੇਟੇ ਸਾਡੀ ਕਿਹੜੀ ਹੋਣੀ ਹੈ, ਕ੍ਰੈਡਿਟ। मतलब मैं तुहानूं की समझाया सीगा उदों कि अगर फॉर एग्जांपल आप मार्केट तो लैपटॉप ही परचेज करन जा रहे हैं, मान के चलो कि 40,000 रुपीज़ का लैपटॉप है, हुण 40,000 रुपया जो मैं लैपटॉप खरीदना तो मैनू अपने कोलों की देना पैना है, 40,000 देवांगा तो उधरों मैनू आएगा कि लैपटॉप। इहदा मतलब मेरे कोलों गया कि कैश तो मेरे कोल आया कि लैपटॉप। इहदा मतलब कि एक साइड मैनू लैपटॉप रिकॉर्ड करना पेगा, वो साडा डेबिट होएगा। मैं तुहानूं समझाऊंगा क्यों होएगा, क्योंकि मेरी एसेट बन रही है। और क्रेडिट मैनू की करना पेगा कि मेरे को कैश गया है, मतलब कैश का आउटफ्लो होया और लैपटॉप का की हो गया, इनफ्लो हो गया। मेरे को कैश गया, ਉਹਦੇ बदले मेरे को की आ गया, लैपटॉप आ गया। ਇਹਦਾ मतलब लैपटॉप मेरे को किन्ने का आएगा, जिन्ने का मेरे को कैश गया है। सिंपल जी गल है। जे मेरे को कैश मान के चलो 40,000 रुपये का गया है, जे मेरे को 40,000 रुपये का बेटे कैश गया है, ਇਹਦਾ मतलब मेरे को लैपटॉप भी फिर किन्ने का आया है, 40,000 रुपये का। ਇਹਦਾ मतलब ਜਿਹੜੀ वन साइडेड ट्रांसैक्शन होएगी ਉਹਦਾ सैकेंड इफेक्ट भी सेम ही होएगा सैकेंड साइड। कुछ भी तुसी सोच लो, तुसी कुछ भी सोच लो। अगर मान के चलो तुसी कोई मूवी परचेज करन जा रहे हो, तुसी 200 रुपये की टिकट परचेज की है, तो 200 रुपये का तुहाडे लई एंटरटेनमेंट एक्सपेंस हो जाएगा। एक तो तुहाडा एंटरटेनमेंट एक्सपेंस बुक होएगा किन्ने रुपए का, 200 रुपये का। क्यों 200 रुपये का, क्योंकि तुसी कैश कितना दिता उत्थे, या तुसी अपने बैंक के क्रेडिट कार्ड तो या डेबिट कार्ड तो किन्ने दी पेमेंट की है, किसी भी मोड तो कर सकते हो ना तुसी, या पेटीएम तो कर सकते हो। तुसी तुहाडे कोल 200 तो अल्टीमेटली जाना ही है ना, तुहाडे कोल 200 गया और जिन्ना पैसा गया उन्ने का ही की रिकॉग्नाइज हो गया, एक्सपेंस रिकॉग्नाइज हो गया। मतलब मैं ये समझाना चाहना वा कि वन साइडेड अकाउंटिंग नहीं होंदी, अकाउंटिंग हमेशा केड़ी होंदी है, डबल साइडेड। मतलब एक साइड साडा अगर क्रेडिट होएगा साडे रूल्स के अकॉर्डिंगली, एक साइड अगर साडी क्रेडिट होएगी तो सैकेंड साइड साडी की होएगी डेबिट, और डेबिट इक्वल्स टू बेटे की होना चाहिए क्रेडिट। अगर मैं क्रेडिट 50,000 करता पाया वां तो डेबिट भी 50,000 होना चाहिए। अगर मैं क्रेडिट 40,000 कर रहा वां तो डेबिट भी कितना होना चाहिए, 40,000 रुपया। ऐसा कभी नहीं होएगा कि मैं क्रेडिट 500 करता पाया वां या क्रेडिट मैं 50,000 करता पाया वां तो डेबिट मैं 45,000 कर रहा। ऐसा कभी नहीं होएगा। डेबिट शुड बी इक्वल्स टू क्रेडिट, क्योंकि जो वन साइडेड इफेक्ट होएगा सैकेंड साइड भी वही इफेक्ट होएगा। समझ लगती भी चीज़। जे अपना 10,000 रुपये का इफेक्ट एक वन साइड होएगा तो सैकेंड साइड भी इफेक्ट 10,000 ही होएगा। समझ लगती भी चीज़। और वो सानू किहड़े प्रिंसीपल ने सिखाना है, डुअल एस्पैक्ट। असी सिंगल एंट्री बुक कीपिंग नहीं पढ़ रहे, असी डबल एंट्री बुक कीपिंग पढ़ रहे हैं। और डबल एंट्री बुक कीपिंग के लिए सानू डुअल एस्पैक्ट आना जरूरी है, जिन्होंने आप डुअलिटी भी बोलते हैं। ਹੁਣ जरा ਇਹਨੂੰ ਆਪਾਂ ਰੀਡ कर लीए जरा स्लाइड तो कि डुअलिटी ਨੂੰ ਆਪਾਂ ਕਿੱਦਾਂ एग्जाम ਦੇ ਵਿੱਚ ਲਿਖ ਕੇ ਆਵਾਂਗੇ।
बेटा तुसी स्लाइड ते देख रहे होवोगे डुअलिटी कॉन्सैप्ट। डुअलिटी दे विच देखो जरा टू फोल्ड एस्पैक्ट ऑफ ए ट्रांसैक्शन इज कॉल्ड डुअल एस्पैक्ट और डुअलिटी। डबल साइडेड मैनू जो शो करना है और डुअल एस्पैक्ट या आपां डुअलिटी बोलते हैं। दिस डुअलिटी इज द बेसिस ऑफ डबल एंट्री रिकॉर्ड्स। मतलब सानू जी अपनी बुक कीपिंग प्रिपेयर करनी है किस बेसिस पे करनी है, डबल एंट्री बेसिस पे। एज द नेम इंप्लाइज द एंट्री मेड फॉर ईच ट्रांसैक्शन इज कंपोज्ड ऑफ टू पार्ट्स, वन फॉर डेबिट एंड अनदर फॉर क्रेडिट। कहना जो भी साडी एंट्री होएगी, जो आप जर्नल बुक के अंदर एंट्री पास करांगे एक ट्रांसैक्शन की, वो वन साइड डेबिट होएगी और सैकेंड साइड की होएगी क्रेडिट होएगी। मतलब टोटल ऑफ द डेबिट्स शुड बी इक्वल्स टू द टोटल ऑफ क्रेडिट्स। असी बस एक चीज़ का ध्यान रखना है कि जो साडा टोटल ऑफ द डेबिट्स होंगे मस्ट बी इक्वल टू द टोटल ऑफ की होने चाहिए, क्रेडिट्स होने चाहिए। क्लियर हो रही चीज़? मतलब इनू आप बेटे बोलते हैं डबल एंट्री बुक कीपिंग या डुअल एस्पैक्ट या डुअलिटी प्रिंसीपल। क्लियर हो रही है बेटे? अज मैं तुहाडे नाल डिस्कशन की है टॉपिक नंबर 4 की, जो साडा बेसिक कॉन्सैप्ट्स दे विच चल रहा सीगा, जिहदे विच प्रूडेंस कॉन्सैप्ट हो गया। प्रूडेंस दे विच असीं प्रोविजनस बना के रखनियां सीगियां। तुहाडे नाल लास्ट क्लास दे विच डिस्कशन हुई है मेरी, क्लास नंबर 5 दे विच। सबस्टांस ओवर फॉर्म ये भी क्लास नंबर 5 च डिस्कशन हो चुकी सीगी। दैन अज दी क्लास दे विच मैं तुहाडे नाल मटीरियलिटी एक्सप्लेन कीता है। मटीरियलिटी नूं आपां 1 मिनट जब दोबारा लगा लीए। मटीरियलिटी सीगा कि किसी भी ट्रांसैक्शन के मटीरियल इफैक्ट्स देखने हैं कि जिहदे नाल साडे डिसीजनस के उपर या यूजर्स के डिसीजनस के उपर कोई इफैक्ट पै रहा हो, कि प्रॉफिट लॉसिस जाते हो एक ट्रांसैक्शन के चेंज होने दे नाल, या एक ट्रांसैक्शन चेंज होने दे नाल लॉस प्रॉफिट चला जाए, प्रॉफिट लॉस चला जाए। और डिपेंड करेगा कि अकाउंटेंट की नॉलेज के उपर कि अकाउंटेंट किहड़ी ट्रांसैक्शन मटीरियल मनेगा, किहड़ी ट्रांसैक्शन मटीरियल नहीं मनेगा। और डिपेंड करेगा कि तुहाडी ऑर्गेनाइजेशन की बुक्स ऑफ अकाउंट्स के उपर, तुहाडी बैलेंस शीट्स के बेसिस पे। क्लियर हो रही चीज़? और मटीरियलिटी कॉन्सैप्ट सीगा। दैन उस तो बाद बिजनेस एंटिटी कॉन्सैप्ट जो वन ऑफ द मोस्ट इंपोर्टेंट कॉन्सैप्ट सीगा, जिहदे विच मैं तुहानूं ये समझाया सी ओनर एंड बिजनेस बोथ आर डिफरेंट फ्रॉम ईच अदर। बिजनेस ओनर नहीं है, ओनर बिजनेस नहीं है। अगर बाहरले दा पैसा असीं अपने बिजनेस दे विच एज ए लोन इंट्रोड्यूस करांगे तो वो पैसा भी सानूं रीपे करना पेगा, तो बिजनेस दी की बन जाएगी लायबिलिटी। सेम टू सेम अगर बिजनेस दे विच ओनर भी इन्वेस्ट करेगा पर उस पैसे की प्रोनंसिएशन की होएगी कैपिटल, और कैपिटल वाला पैसा भी ओनर नूं बिजनेस ने वापस करना है, क्योंकि ओनर एंड बिजनेस बोथ आर डिफरेंट फ्रॉम ईच अदर। ओनर बिजनेस नहीं है, बिजनेस ओनर नहीं है। रतन टाटा टाटा इंडस्ट्रीज नहीं सीगा। क्लियर हो रही चीज़? तो उत्थे आपां इस चीज़ का ध्यान रखना है, जे कोई नैट प्रॉफिट होणगे कैपिटल प्लस हो जाएंगे क्योंकि ओनर की मेहनत है, बिजनेस अपनी लायबिलिटी बढ़ा लेगा। जे कोई नैट लॉस होणगे तो माइनस हो जाएंगे क्योंकि ओनर की गलती है, बिजनेस अपनी लायबिलिटी घटा लेगा। जो ओनर पैसे कटा के लै गया तो कैपिटल चो की हो जाना माइनस, बिजनेस अपनी लायबिलिटी घटा लेगा। जिद्दां बाहरले बंदे साडी लायबिलिटी है, उदां ही साडा ओनर भी बाहरला बंदा ही है। ये सानूं बिजनेस एंटिटी कॉन्सैप्ट ने सिखाया सी। नैक्सट डुअल एस्पैक्ट डबल एंट्री बुक कीपिंग। ये मैं तुहानूं समझाया है एक ट्रांसैक्शन का सिंगल साइडेड इफैक्ट्स नहीं होंगे, डबल साइडेड होंगे। जो डेबिट होएगा इक्विवेलेंट ही की होएगी, क्रेडिट होएगा। अगर 5000 डेबिट हो रहा है तो क्रेडिट भी 5000 होने। बेटा ये सी साडी अज दी क्लास, जिहदे विच मैं तुहाडे नाल टॉपिक नंबर 4 की डिस्कशन ओवर कर रहा हाँ। नैक्सट क्लासिस के अंदर आपां टॉपिक नंबर 5 मीनिंग ऑफ एसेट्स एंड टाइप्स ऑफ एसेट्स की डिस्कशन करांगे। मेरे वालों प्यार भरी सत श्री अकाल। थैंक यू।